ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਸੁਨ ਪਿਤ ਇਹ ਮਤ ਨੌਕਾ ਨਿਆਈ, ਦਰਬ ਮੋਹ ਜਲ ਸਰਤਾ ਧਾਈ। ਜੇ ਨੌਕਾ ਮਹਿ ਜਲ ਪਰ ਜਾਵੈ, ਤਤ ਛਿਨ ਆਪਣੇ ਬੀਚ ਡੁਬਾਵੈ। ਸੁਨ ਪਿਤ ਇਹ ਮਤ ਨੌਕਾ ਨਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹੈ, ਇਸ ਕਲਯੁਗ ਦੇ ਸਮੇਂ ਵਿੱਚ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਇਹ ਜੋ ਸਾਨੂੰ ਸਤਸੰਗਤ ਦੀ ਦਾਤ ਬਖਸ਼ੀ ਹੈ, ਇਸ ਦੀ ਸੋਭਾ ਕਰਦਿਆਂ ਗੁਣੀ ਜਨਾਂ ਨੇ ਇਸ ਸਮੇਂ ਨੂੰ ਸਤਯੁਗ ਦੀ ਬਰਾਬਰਤਾ ਦਿੱਤੀ ਹੈ। ਇਹ ਗਰੀਬ ਨਿਵਾਜ ਪਾਤਸ਼ਾਹ, ਤੁਸਾਂ ਨੇ ਕਿਰਪਾ ਕੀਤੀ, ਕਲਯੁਗ ਦੇ ਸਮੇਂ ਵਿੱਚ ਤੁਸਾਂ ਲਿਆ ਕੇ ਸਤਯੁਗ ਲਾ ਦਿੱਤਾ ਹੈ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ, ਸਤਯੁਗ ਆ ਲੀਣਾ ਲਿਆ ਕੇ ਤੁਸੀਂ ਸਤਯੁਗ ਲਾਤਾ ਮਹਾਰਾਜ, ਜਿੱਥੇ ਜਹ ਸਤਿਗੁਰ ਤਹ ਸਤਸੰਗਤ ਬਣਾਏ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਵਿੱਤਰ ਹੁਕਮ ਬਖਸ਼ਿਆ ਹੈ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਦਾ ਸਦਕਾ, ਜਿੱਥੇ ਅਕਾਲ ਪੁਰਖ ਪਰਮੇਸ਼ਵਰ ਜੋ ਸੱਚ ਸਰੂਪ ਹੈ, ਜਿੱਥੇ ਜਹ ਸਤਿਗੁਰੂ ਤੈ ਸਤਸੰਗਤ ਬਣਾਈ, ਜਿੱਥੇ ਗੁਰੂ ਪਾਤਸ਼ਾਹ ਜੀ ਸੋਭਨੀਕ ਹਨ ਔਰ ਗੁਰੂ ਦੀ ਹਜ਼ੂਰੀ ਵਿੱਚ ਬਾਣੀ ਦਾ ਨਿਤਨੇਮ, ਗੁਰਬਾਣੀ ਦਾ ਕੀਰਤਨ, ਗੁਰੂ ਦੀ ਕਥਾ ਹੋਵੇ, ਨਾਮ ਦੀ ਤੇ ਸੱਚ ਦੀ ਗੱਲ ਹੋਵੇ, ਉਹਨੂੰ ਸਤਸੰਗ ਕਹੀਦਾ ਹੈ। ਤਾਂ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕਰਕੇ
ਸੋ ਇਹ ਜੋ ਸਤ ਸੰਗਤ ਸਾਨੂੰ ਗੁਰੂ ਦੀ ਬਖਸ਼ਿਸ਼ ਕੀਤੀ ਹੈ, ਮਹਾਨ ਕਿਰਪਾ ਕੀਤੀ ਹੈ। ਗੁਰੂ ਕਿਰਪਾ ਦਾ ਸਦਕਾ ਮਹਾਂਪੁਰਖਾਂ ਦੀ ਬਦੌਲਤ ਹੈ ਕਿ ਇਸ ਪਾਵਨ ਸਥਾਨ ਤੇ ਭਾਗ ਲੱਗੇ ਨੇ। ਸਤਸੰਗ ਦਾ ਪ੍ਰਵਾਹ ਚੱਲ ਰਿਹਾ ਹੈ ਗੁਰੂ ਦੀ ਕਿਰਪਾ ਨਾਲ ਦੋਨੋਂ ਸਮਿਆਂ ਤੇ। ਸਾਹਿਬ ਗੁਰੂ ਨਾਨਕ ਜੋਤ ਨੇ ਜਦੋਂ 10ਵਾਂ ਸਰੀਰ ਧਾਰਨ ਕਰਕੇ ਕਲਯੁਗੀ ਜੀਵਾਂ ਦੇ ਉਧਾਰ ਲਈ, ਜ਼ੁਲਮ ਦੇ ਨਾਸ ਲਈ ਆਪਣਾ ਸੋ ਪ੍ਰਕਾਸ਼ ਪ੍ਰਗਟ ਕੀਤਾ ਹੈ ਇਸ ਧਰਤੀ ਤੇ। ਅਸੀਂ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਪੁਰਬ ਨੂੰ ਮਨਾਉਣ ਹਿਤ ਯਤਨਸ਼ੀਲ ਹਾਂ। ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹਨ। ਕਥਾ ਕੀਰਤਨ ਦੇ ਪ੍ਰਵਾਹ ਗੁਰੂ ਬਖਸ਼ਿਸ਼ ਨਾਲ ਚੱਲ ਰਹੇ ਹਨ। ਸੇਵਕ ਪਰਿਵਾਰ ਭਾਵਨਾ ਸਤ ਸੇਵਾ ਕਰ ਰਹੇ ਨੇ। ਗੁਰੂ ਦੀਆਂ ਸੰਗਤਾਂ ਜੁੜ ਮਿਲ ਕਰਕੇ ਆਨੰਦ ਮਾਣਨਾ ਹੈ। ਤੋ ਮੇਰੇ ਧੰਨ ਸਤਿਗੁਰੂ ਪਾਤਸ਼ਾਹ ਪਹਿਲੇ ਸਰੂਪ ਵਿੱਚ ਜੋ ਸੱਚ ਧਰਮ ਦੀ ਗੱਲ ਮੇਰੇ ਸਤਿਗੁਰੂ ਨਾਨਕ ਨੇ ਸ਼ੁਰੂ ਕੀਤੀ ਹੈ, ਅਸੀਂ ਉਸ ਗੁਰੂ ਪਾਤਸ਼ਾਹ ਜੀ ਦੇ ਕੌਤਕਾਂ ਨੂੰ ਲੜੀਵਾਰ ਇਤਿਹਾਸ ਵਿੱਚ ਸਰਵਣ ਕਰ ਰਹੇ ਹਾਂ। ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਵਿਚਰ ਕਰਕੇ ਤੁਰ ਕੇ ਥਾਵਾਂ ਤੇ ਜਾ ਕਰਕੇ ਜੀਵਾਂ ਨੂੰ ਸਤ ਸੰਗਤ ਵਿੱਚ ਜੋੜਦੇ ਹਨ, ਸੱਚ ਦਾ ਉਪਦੇਸ਼ ਬਖਸ਼ਦੇ ਨੇ, ਸੱਚੇ ਨਾਮ ਦੇ ਸਿਮਰਨ ਦੇ ਨਾਲ ਜੋੜ ਰਹੇ ਹਨ। ਤੋ ਮੇਰੇ ਧੰਨ ਸ਼ਹਿਨਸ਼ਾਹ ਪਿਤਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਆਪ ਜੀ ਸੁਲਤਾਨਪੁਰ ਸਾਹਿਬ ਤੋਂ ਸੋ ਕਿਰਪਾ ਕਰਕੇ ਆਪਣੇ ਪਵਿੱਤਰ ਅਵਤਾਰ ਅਸਥਾਨ ਨਨਕਾਣਾ ਸਾਹਿਬ ਤਥਾ ਰਾਏ ਭੋਇ ਦੀ ਤਲਵੰਡੀ ਵਿੱਚ ਪਹੁੰਚੇ ਹਨ। ਬਖਸ਼ਿਸ਼ ਕੀਤੀ ਹੈ, ਬਾਹਰ ਜਾ ਕਰਕੇ ਹਜ਼ੂਰ ਬੈਠੇ ਨੇ। ਮਾਤਾ ਪਿਤਾ ਜੀ ਦੇ ਗੁਰੂ ਦੀਆਂ ਸੰਗਤਾਂ ਜੁੜੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਨੂੰ ਪ੍ਰੇਰਨਾ ਕੀਤੀ ਹੈ ਸੰਸਾਰਾਕਾਰ ਬਿਰਤੀ ਵਿੱਚ ਜੋੜਨ ਵਾਸਤੇ। ਮਾਤਾ ਪਿਤਾ ਨੇ ਪ੍ਰੇਰਨਾ ਕੀਤੀ, ਘਰ ਵਿੱਚ ਰਹੋ, ਪਰਿਵਾਰ ਵਿੱਚ ਰਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਹਾ, ਸੋਹਣੀਆਂ ਸਵਾਰੀਆਂ ਤੇ ਆਪ ਜੀ ਬੈਠੋ, ਪੈਦਲ ਤੁਰਨਾ ਛੱਡ ਦਿਓ, ਬਸਤਰ ਸੋਹਣੇ ਪਾਓ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੰਤਰੀਵ ਬਸਤਰ ਹਨ ਸੋਹਣੇ ਰੰਗਾਂ ਦੇ, ਜੋ ਅੰਤਰੀਵ ਪੁਸ਼ਾਕ ਹੈ, ਜੋ ਅੰਤਰੀਵ ਇਸ ਪ੍ਰਕਾਰ ਭੋਜਨ ਹਨ, ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਉਹਨਾਂ ਦਾ ਜ਼ਿਕਰ ਕਰਕੇ ਤੁਰਕੀ ਬਾਣੀ ਦਾ ਸ਼ਬਦ ਉਚਾਰਨ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਜਦੋਂ ਜ਼ਿਆਦਾ ਹੀ ਮਾਤਾ ਪਿਤਾ ਜੀ ਨੇ ਪ੍ਰੇਰਨਾ ਕੀਤੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਸੋ ਘਰ ਵਿੱਚ ਗਏ ਨੇ। ਔਰ ਪਤਾ ਲੱਗਾ ਹੈ ਕਿ ਰਾਏ ਬੁਲਾਰ ਜੀ ਵੀ ਸੋ ਸਰੀਰ ਛੱਡ ਗਏ ਨੇ। ਪੁਰੋਹਿਤ ਜੀ ਹੁਣੀ ਜੋ ਮੇਰੇ ਸਤਿਗੁਰੂ ਜੀ ਨੇ ਬਾਲ ਵਿਵਸਥਾ ਵਿੱਚ ਸੋ ਜਿਨ੍ਹਾਂ ਨੂੰ ਨਾਮਦਾਨ ਬਖਸ਼ ਕਰਕੇ ਗਿਆਨ ਬਖਸ਼ਿਆ ਸੀ, ਉਹ ਬਜ਼ੁਰਗ ਚੜ੍ਹਾਈ ਕਰ ਗਏ ਸਨ। ਹੁਣ ਮਾਤਾ ਪਿਤਾ ਜੀ ਦੇ ਕੋਲ ਸਤਿਗੁਰੂ ਪਾਤਸ਼ਾਹ ਜੀ ਗਏ ਹਨ। ਸੋ ਪਿਤਾ ਜੀ ਦੇ ਕੋਲ ਬੈਠੇ ਹਨ। ਤੇ ਇਸ ਪ੍ਰਕਾਰ ਜਦੋਂ ਪਿਤਾ ਜੀ ਨੇ ਪ੍ਰੇਰਨਾਵਾਂ ਕੀਤੀਆਂ ਕਿ ਤੁਸੀਂ ਬਥੇਰਾ ਫਿਰ ਲਿਆ, ਘਰ ਬੈਠੋ, ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ। ਪਿਤਾ ਜੀ ਨੂੰ ਸ਼ੁਭ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਹਦੇ ਨਾਲ ਸੰਸਾਰ ਦੇ ਮੋਹ ਮਮਤਾ ਦੇ ਜਾਲ ਨੂੰ ਤੋੜ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਕਰਕੇ ਹੁਣ ਪਿਤਾ ਜੀ ਨੂੰ ਮੇਰੇ ਸਤਿਗੁਰੂ ਜੀ ਜਿਵੇਂ ਗਿਆਨ ਕਰਦੇ ਹਨ, ਤਾਂ ਕਵੀ ਜੀ ਉਸ ਪ੍ਰਸੰਗ ਦਾ ਜ਼ਿਕਰ ਕਰ ਰਹੇ ਨੇ। ਆਓ ਪਿਆਰ ਪੂਰਵਕ ਧੰਨ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ। ਸੋ ਮਾਤਾ ਪਿਤਾ ਜੀ ਤੇ ਪਹਿਲਾਂ ਮੋਹ ਦਾ ਪਰਦਾ ਪਾਈ ਰੱਖਿਆ। ਹੁਣ ਜਿਸ ਤਰੀਕੇ ਦੇ ਨਾਲ ਇਹ ਅਗਿਆਨ ਦਾ ਮੋਹ ਦਾ ਪਰਦਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਪਿਤਾ ਜੀ ਨੂੰ ਕਰ ਰਹੇ ਹਨ, ਕਵੀ ਜੀ ਬੜੇ ਸੁੰਦਰ ਢੰਗ ਦੇ ਨਾਲ ਉਸ ਗਿਆਨ ਨੂੰ ਵਰਣਨ ਕਰਦੇ ਨੇ। ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਨ ਪਿਤ ਇਹ ਮਤ ਨੌਕਾ ਨਿਆਈ। ਤੋ ਕਹਿੰਦੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ, ਕਹਿੰਦੇ ਪਿਤਾ ਜੀ ਦੇਖੋ, ਇਹ ਜੋ ਸਾਡੀ ਬੁੱਧੀ ਹੈ ਇਹ ਇੱਕ ਨੌਕਾ ਬੇੜੀ ਵਰਗੀ ਹੈ। ਦਰਬ ਮੋਹ ਜਲ ਸਰਤਾ ਧਾਈ। ਜਿਹੜਾ ਦਰਬ ਧਨ ਦਾ ਮੋਹ ਹੈ ਨਾ, ਇਹ ਇੱਕ ਨਦੀ ਚੱਲ ਰਹੀ ਹੈ, ਧਨ ਦੇ ਮੋਹ ਦੀ ਨਦੀ ਚੱਲ ਰਹੀ ਹੈ। ਔਰ ਉਸ ਦੇ ਵਿੱਚ ਸਾਡੀ ਬੁੱਧੀ ਰੂਪ ਬੇੜੀ ਜਿਹੜੀ ਹੈ ਉਹ ਤਰ ਰਹੀ ਹੈ। ਜੇ ਨੌਕਾ ਮਹਿ ਜਲ ਪਰ ਜਾਵੇ। ਪਰ ਦੇਖੋ, ਦਰਿਆ ਦੇ ਵਿੱਚ ਬੇੜੀ ਹੋਵੇ ਤਾਂ ਉਹ ਤਰਦੀ ਹੈ, ਤੇ ਜੇ ਕਿਤੇ ਬੇੜੀ ਦੇ ਵਿੱਚ ਪਾਣੀ ਪੈ ਜਾਏ ਕਿਸੇ ਤਰੀਕੇ ਨਾਲ, ਫਿਰ ਡੁੱਬ ਜਾਂਦੀ ਹੈ, ਫਿਰ ਨਹੀਂ ਤਰਦੀ ਹੈ। ਤਤ ਜਨ ਆਪਣੇ ਬੀਚ ਡੁਬਾਵੇ। ਤਾਂ ਝੱਟ ਹੀ ਜੇ ਉਹਦੇ 'ਚ ਪਾਣੀ ਪੈ ਜਾਵੇ ਬੇੜੀ 'ਚ, ਤੇ ਪਾਣੀ ਵਿੱਚ ਡੋਬ ਲੈਂਦਾ ਹੈ। ਸਤਿਗੁਰ ਕੇਵਟ ਮਿਲਹਿ ਜੇ ਆਈ। ਪਰ ਗੱਲ ਇਹ ਹੈ,
ਜੇ ਕਿਤੇ ਗੁਰੂ ਰੂਪ ਮਲਾਹ ਮਿਲ ਜਾਵੇ ਆਣ ਕੇ, ਮਤ ਨੌਕਾ ਪਰ ਹੋਵੇ ਚੁਕ ਸਾਈ। ਸਾਵਧਾਨ ਹੋ ਕਰਕੇ ਬੇੜੀ ਤੇ ਸਿਆਣਾ ਮਲਾਹ ਹੋਵੇ ਨਾ, ਪੁਰਾਣਾ ਸਿਆਣਾ ਮਲਾਹ ਹੋਵੇ ਬੇੜੀ 'ਚ, ਤੇ ਭਾਵੇਂ ਕੁਛ ਵੀ ਹੋ ਜਾਏ ਬੇੜੀ ਨੂੰ ਡੁੱਬਣ ਨਹੀਂ ਦਿੰਦਾ। ਕਹਿੰਦੇ ਜੇ ਸਤਿਗੁਰੂ ਜੀ ਰੂਪ ਮਲਾਹ ਬਣ ਕਰਕੇ ਸਾਡੀ ਨੌਕਾ ਬੁੱਧੀ ਤੇ ਸਵਾਰ ਹੋ ਜਾਣ, ਤਾਂ ਹੀ ਕਹਿੰਦਾ ਗੁਰਮਤ ਗੁਰ ਕੀ ਮਤ ਤੂੰ ਲਿਹ ਆਨੇ। ਜੇ ਗੁਰੂ ਦੀ ਸਾਡੀ ਅਕਲ ਵਿੱਚ ਗੁਰੂ ਦੀ ਮਤ ਹੋਵੇ ਤਾਂ ਉਹ ਸਾਡੀ ਬੇੜੀ ਦੇ ਸਵਾਰ ਹੋ ਜਾਂਦੇ ਹਨ। ਮੋਹ ਦਰਬ ਤੇ ਉਰਦ ਚਲਾਵੇ। ਤੇ ਫਿਰ ਮੋਹ ਜਿਹੜਾ ਧਨ ਦਾ ਮੋਹ ਹੈ ਨਾ, ਸਾਡੀ ਅਕਲ ਨੂੰ ਫਿਰ ਧਨ ਦੇ ਮੋਹ ਤੋਂ ਉੱਚਾ ਰੱਖਦੇ ਨੇ, ਕਿਉਂਕਿ ਪਾਣੀ ਤੇ ਬੇੜੀ ਤਰਦੀ ਹੈ ਤੇ ਪਾਰ ਲੱਗਦੀ ਹੈ। ਖੇਵਨ ਕਰ ਹੈ ਗਿਆਨ ਸੁਨਾਵੇ। ਤੇ ਚਲਾਉਣਾ ਕੀ ਹੈ? ਸਾਡੀ ਬੁੱਧੀ ਰੂਪ ਬੇੜੀ ਨੂੰ ਮਾਇਆ ਦੇ ਮੋਹ ਤੋਂ ਉੱਪਰ ਰੱਖਣ ਵਾਸਤੇ ਜੋ ਸਤਿਗੁਰੂ ਜੀ ਸਾਨੂੰ ਗਿਆਨ ਸੁਣਾਉਂਦੇ ਆ। ਜਿਸ ਤਰ੍ਹਾਂ ਗਿਆਨ ਹੋ ਰਿਹਾ ਹੈ, ਆਤਮ ਲਖਨੋ ਪਾਰ ਕਿਨਾਰਾ। ਤੇ ਪਾਰਲਾ ਕਿਨਾਰਾ, ਉਰਲਾ ਕਿਨਾਰਾ ਤਾਂ ਸੰਸਾਰ ਹੈ, ਮਾਇਆ ਆਦਿਕ ਦਾ ਮੋਹ ਮਮਤਾ। ਪਾਰਲਾ ਕਿਨਾਰਾ ਜਿਹੜਾ ਉਹ ਹੈ ਜੋ ਆਤਮ ਨੂੰ ਜਾਣਦਾ, ਆਤਮ ਲਕਸ਼ਤਾ ਪ੍ਰਾਪਤ ਹੋ ਜਾਣੀ ਹੈ। ਪਹੁੰਚਹਿ ਤਾਹੇ ਤਬ ਹੋਏ ਸੁਖਾਰਾ। ਜਦੋਂ ਆਤਮਾ ਦੀ ਪ੍ਰਾਪਤੀ ਹੋ ਜਾਵੇ ਤਾਂ ਅਗਲਾ ਕਿਨਾਰਾ ਹੈ ਆਤਮਾ ਦੀ ਪ੍ਰਾਪਤੀ, ਪ੍ਰਕਾਸ਼ ਹੋ ਜਾਣਾ। ਤੋ ਕਹਿੰਦੇ ਉਹ ਸੌਖਾ ਹੋ ਜਾਂਦਾ ਹੈ, ਸਹੀ ਸਲਾਮਤ ਪਾਰ ਕਿਨਾਰੇ ਬੇੜਾ ਲੱਗ ਜਾਂਦਾ ਉਸ ਜੀਵ ਦਾ। ਨਾ ਤੇ ਇਹ ਜਨਮ ਮਰਨ ਦੁਖ ਭਾਰੀ। ਨਹੀਂ ਤੇ ਭਾਈ ਇਹ ਜਿਹੜਾ ਸਰੀਰ ਹੈ ਭਾਰੀ, ਜਨਮ ਤੇ ਮਰਨ ਦੇ ਦੁੱਖ ਵਿੱਚ ਹੀ ਪਿਆ ਰਹਿੰਦਾ ਹੈ, ਜੂਨਾ ਜੂਨਾ ਵਿੱਚ। ਆਏ ਜਾਏ ਜਗ ਵਾਰੰਵਾਰੀ। ਤੇ ਇਹ ਜੀਵ ਵਾਰ-ਵਾਰ ਜੰਮਦਾ ਤੇ ਮਰਦਾ, ਆਉਂਦਾ ਜਾਂਦਾ ਰਹਿੰਦਾ ਦੁਨੀਆ ਵਿੱਚ। ਅਸ ਕਹਿ ਕਿਰਪਾ ਦ੍ਰਿਸ਼ਟ ਅਵਲੋਕੀ। ਇਉਂ ਮੇਰੇ ਸਤਿਗੁਰੂ ਨੇ ਗਿਆਨ ਤਾਂ ਦੇ ਦਿੱਤਾ। ਗਿਆਨ ਦੇ ਗ੍ਰੰਥ ਬਹੁਤ ਨੇ, ਵਿਦਾਂਤ ਦੇ ਵਿੱਚ ਬਹੁਤ ਸੂਖਮ ਰੂਪ ਦੇ ਵਿੱਚ ਆਤਮਾ ਦਾ ਗਿਆਨ ਹੈ। ਤਾਂ ਬਹੁਤ ਲੋਕ ਉਸ ਨੂੰ ਪੜ੍ਹ ਲੈਂਦੇ ਨੇ, ਪੜ੍ਹ ਕੇ ਸਮਝ ਲੈਂਦੇ ਨੇ, ਅੱਗੇ ਪੜ੍ਹਾ ਵੀ ਲੈਂਦੇ ਹਨ। ਪਰ ਪੜ੍ਹਨ ਸੁਣਨ ਦੇ ਨਾਲ ਸਮਝ ਤਾਂ ਆ ਗਈ, ਪਰ ਪ੍ਰਾਪਤੀ ਨਹੀਂ ਹੈ। ਹੁਣ ਪਿਤਾ ਜੀ ਨੂੰ ਜਿਸ ਵੇਲੇ ਇਉਂ ਸਮਝਾਇਆ, ਗੱਲ ਤਾਂ ਸਮਝ ਵਿੱਚ ਆ ਗਈ, ਪਰ ਹੁਣ ਇਹ ਪ੍ਰਾਪਤੀ ਕਿਵੇਂ ਹੋਵੇ? ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਜੋ ਗੁਰੂ ਕੋਲ ਸੋ ਮਹਾਨ ਬਖਸ਼ਿਸ਼ ਹੈ ਮਿਹਰ ਦੀ ਨਿਗਾਹ, ਫਿਰ ਆਪਣੇ ਪਿਤਾ ਜੀ ਨੂੰ ਮਿਹਰ ਦੀ ਨਿਗਾਹ ਨਾਲ ਦੇਖਿਆ ਹਜੂਰ ਨੇ। ਪਿਤ ਕੇ ਉਰਤੇ ਮਾਇਆ ਰੋਕੀ। ਤੋ ਆਪਣੇ ਪਿਤਾ ਸਤਿਕਾਰਯੋਗ ਮਹਿਤਾ ਕਾਲੂ ਜੀ ਦੇ ਸੋ ਹਿਰਦੇ ਦੇ ਵਿੱਚੋਂ ਮਾਇਆ ਦਾ ਜਿਹੜਾ ਪ੍ਰਭਾਵ ਸੀ ਉਹ ਹੁਣ ਰੋਕ ਦਿੱਤਾ। ਸਾਰੀ ਉਮਰ ਇਹੋ ਹੀ ਪ੍ਰੇਰਨਾ ਕਰਦੇ ਰਹੇ ਗੁਰੂ ਨਾਨਕ ਸਾਹਿਬ ਨੂੰ, ਤੂੰ ਮੇਰੀ ਮਾਇਆ ਜੋੜੀ ਹੋਈ ਸਭ ਉਜਾੜ ਦਿੱਤੀ ਹੈ, ਤੁਸੀਂ ਮਾਇਆ ਕਮਾਉਂਦੇ ਨਹੀਂ। ਹੁਣ ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਇਹਨਾਂ ਨੂੰ ਜੋ ਗਿਆਨ ਬਖਸ਼ਿਸ਼ ਕੀਤਾ ਹੈ, ਤਤਛਨ ਗਿਆਤ ਹਿਰਦੇ ਮਹਿ ਆਈ। ਜਦੋਂ ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਨਾਲ ਮਾਇਆ ਦਾ ਮੋਹ ਰੋਕ ਦਿੱਤਾ, ਹਿਰਦੇ ਤੋਂ ਅਸਰ ਦੂਰ ਕਰ ਦਿੱਤਾ, ਝਟ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਜਨ ਮਦ ਉਤਰ ਗਏ ਸੁਧ ਪਾਈ। ਤਾਂ ਇਉਂ ਮਹਿਸੂਸ ਹੋਇਆ ਵੀ ਜਿਵੇਂ ਕਿਸੇ ਅਮਲੀ ਦਾ ਅਮਲ ਉਤਰ ਜਾਂਦਾ ਹੈ। ਇਸ ਤਰੀਕੇ ਦੇ ਨਾਲ ਸੋ ਸਤਿਗੁਰੂ ਜੀ ਦੇ ਪਿਤਾ ਕਲਿਆਣ ਚੰਦ ਜੀ ਨੂੰ ਇਹ ਮਹਿਸੂਸ ਹੋਇਆ ਹੈ। ਹੁਣ ਇਹ ਜਿਹੜੀਆਂ ਗੱਲਾਂ ਨੇ ਇਹ ਕਹਿਣ ਨਾਲ ਨਹੀਂ, ਅਨੁਭਵ ਜਿਵੇਂ ਵਰਤਦੀ ਹੈ ਉਵੇਂ ਫਿਰ ਸਮਝ ਆਉਂਦੀ ਹੈ। ਬੋਲਿਓ ਕਰਕੇ ਭਾਉ ਕਨੇਰਾ। ਜਿਸ ਵੇਲੇ ਗੁਰੂ ਸਾਹਿਬ ਨੇ ਕਿਰਪਾ ਕਰਤੀ, ਉਹਦੇ ਨਾਲ ਹੁਣ ਬੋਲੀ ਬਦਲ ਗਈ। ਹੁਣ ਭਾਵਨਾ ਸਹਿਤ ਪ੍ਰੇਮ ਦੇ ਨਾਲ ਗੁਰੂ ਸਾਹਿਬ ਨੂੰ ਬੋਲਦਾ, ਕਹਿਣ ਲੱਗੇ, ਪਿਤਾ ਜੀ ਮੈਂ ਜਾਣਤ ਰਹਿਓ ਸੁਤ ਮੇਰਾ। ਕਹਿੰਦੇ ਪੁੱਤਰ ਮੈਂ ਤੇ ਭੁੱਲਿਆ ਹੀ ਰਿਹਾ, ਮੈਂ ਤਾਂ ਸਾਰੀ ਉਮਰ ਇਹੋ ਹੀ ਜਾਣਦਾ ਰਿਹਾ ਵੀ ਗੁਰੂ ਨਾਨਕ ਮੇਰਾ ਪੁੱਤਰ ਹੈ, ਮੈਨੂੰ ਸਮਝ ਨਹੀਂ ਸੀ ਆਈ। ਮਹਾਪੁਰਖ ਤੁਮ ਦੀਨ ਦਇਆਲਾ। ਮੈਨੂੰ ਹੁਣ ਪਤਾ ਲੱਗਾ ਹੈ ਤੁਸੀਂ ਗਰੀਬਾਂ ਤੇ ਦਇਆ ਕਰਨ ਵਾਲੇ ਮਹਾਨ ਪੁਰਸ਼ ਹੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ। ਮੁਝ ਉਰ ਦੀਜੇ ਗਿਆਨ ਵਿਸਾਲਾ। ਤੋ ਕਿਰਪਾ ਕਰੋ, ਬਹੁਤ ਦੁਨੀਆ ਨੂੰ ਤੁਸੀਂ ਤਾਰਿਆ, ਤੇ ਜਿਹਨਾਂ ਨੂੰ ਤੁਸੀਂ ਤਾਰਿਆ ਮੈਂ ਤੇ ਲੜਦਾ ਹੀ ਰਿਹਾ ਉਹਨਾਂ ਦੇ ਨਾਲ। ਜੇ ਪੁਰੋਹਿਤ ਨੇ ਗੁਰੂ ਸਾਹਿਬ ਦੀ ਸਿਫਤ ਕੀਤੀ ਵੀ ਤੇਰੇ ਘਰ ਤਾਂ ਅਵਤਾਰ ਆਇਆ, ਤੇ ਜਦੋਂ ਮਹਾਰਾਜ ਨੇ ਖੇਲਾਂ ਕਰਨੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਲੜਨਾ ਸ਼ੁਰੂ ਕਰ, ਕਹਿੰਦੇ ਤੂੰ ਕਹਿੰਦਾ ਸੀ ਇੰਨਾ ਅਵਤਾਰ ਆਇਆ ਤੈਨੂੰ ਭਾਗ ਲੱਗ ਗਏ, ਤੇ ਕਹਿੰਦੇ ਮੇਰੇ ਤਾਂ ਘਰ ਦੇ ਭਾਂਡੇ ਵੀ ਮਹਾਰਾਜ ਨੇ ਵੰਡ ਦਿੱਤੇ ਬਾਹਰ ਜਾ ਕੇ, ਉਦੋਂ ਤਾਂ ਲੜਦਾ ਸੀ। ਹੁਣ ਸਮਝ ਆਈ ਹੈ। ਸੋ ਕਹਿੰਦੇ ਮਹਾਰਾਜ ਤੁਸੀਂ ਪੂਰਨ ਪੁਰਖ ਮਹਾਨ ਅਵਤਾਰ ਹੋ ਜੀ। ਜਿਹ ਤੇ ਜਨਮ ਮਰਨ ਹੋਵੇ ਹਾਨਾ। ਕਿਰਪਾ ਕਰੋ ਹੁਣ ਮੈਨੂੰ ਇਹੋ ਜਿਹੇ ਗਿਆਨ ਦੀ ਪ੍ਰਾਪਤੀ ਬਖਸ਼ੋ, ਮੇਰਾ ਜਨਮ ਮਰਨ ਮੁੱਕ ਜਾਵੇ, ਉਪਜੈ ਅਬਚਲ ਆਨੰਦ ਮਹਾਨਾ। ਤੇ ਮੇਰੇ ਹਿਰਦੇ ਵਿੱਚ ਜਿਹੜਾ ਅਚਲ ਆਨੰਦ ਹੈ ਸਦਾ ਰਹਿਣ ਵਾਲਾ ਉਹ ਪੈਦਾ ਹੋ ਜਾਏ, ਇਹ ਮੇਰੇ ਤੇ ਕਿਰਪਾ ਕਰੋ। ਮੈਂ ਹਉ ਕੌਣ ਮੋਹਿ ਸੁਧ ਨਾਹੀ। ਤੋ
ਧੰਨ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਨੇ ਪਿਤਾ ਜੀ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਮੈਨੂੰ ਇਹ ਹੀ ਨਹੀਂ ਅਜੇ ਤੱਕ ਪਤਾ ਮੈਂ ਕੌਣ ਹਾਂ। ਸੋ ਇੱਕ ਭਗਤ ਜੀ ਬੁੱਲੇ ਸ਼ਾਹ ਨੇ ਬੋਲਿਆ, ਕਿਆ ਜਾਣਾ ਮੈਂ ਕੌਣ, ਮੈਂ ਕੀ ਹਾਂ। ਕਹਿੰਦੇ ਮਹਾਰਾਜ ਮੈਨੂੰ ਅਜੇ ਤੱਕ ਇਹਦਾ ਨਹੀਂ ਗਿਆਨ ਹੋਇਆ ਵੀ ਮੈਂ ਕੀ ਹਾਂ। ਰਹਿ ਹਉ ਹਰਖ ਸੋਕ ਕੇ ਮਾਹੀ, ਤੇ ਮੈਨੂੰ ਤਾਂ ਕਦੇ ਚਿੰਤਾ ਆ ਤੇ ਕਦੇ ਖੁਸ਼ੀ, ਇਹਦੇ ਵਿੱਚ ਤੁਰਿਆ ਰਹਿੰਦਾ ਜੀਵਨ। ਇਕ ਚਿਨ ਮਨ ਥਿਤ ਹੋਵਤ ਨਾਹੀ, ਤੇ ਜਦੋਂ ਕੋਸ਼ਿਸ਼ ਕਰੀਦੀ ਹੈ ਤੇ ਮਨ ਥੋੜਾ ਸਮਾਂ ਵੀ ਟਿਕਦਾ ਹੀ ਨਹੀਂ ਹੈ। ਤੋ ਕਿਉਂਕਿ ਹਰ ਵੇਲੇ ਮਾਇਆ ਦੇ ਸੰਸਕਾਰਾਂ ਵਿੱਚ ਹਰਖ ਸੋਗ ਵਿੱਚ ਵਿਚਰਦਾ ਹੈ, ਤੇ ਜਦੋਂ ਕੋਸ਼ਿਸ਼ ਕਰਨ ਦੇ ਟਿਕਾਉਣ ਦੀ ਉਧਰ ਨੂੰ ਭੱਜਦਾ ਹੈ। ਵਿੱਚ ਰਹਿ ਰਾਗ ਦਵੈਖ ਕੇ ਮਾਹੀ, ਤੋ ਕਦੇ ਇਸ ਨੂੰ ਰਾਗ ਮੋਹ ਪੈਦਾ ਹੁੰਦਾ ਕਿਸੇ ਨਾਲ, ਕਦੇ ਦਵੈਖ ਕਿਸੇ ਨਾਲ ਈਰਖਾ ਹੁੰਦੀ ਹੈ। ਇਉਂ ਹੀ ਜੀਵਨ ਚੱਲਦਾ ਰਹਿੰਦਾ ਹੈ। ਇਸ ਪ੍ਰਕਾਰ ਲਖ ਪਿਤ ਜਗਿਆਸਾ, ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਜਾਣਿਆ ਕਿ ਹੁਣ ਪਿਤਾ ਜੀ ਦੇ ਮਨ ਵਿੱਚ ਜਗਿਆਸਾ, ਇਹਨੂੰ ਕਹੀਦਾ ਜਗਿਆਸੂ। ਹੁਣ ਮਨ 'ਚ ਭਾਵਨਾ ਜਾਗੀ ਆ ਕਿ ਮੈਨੂੰ ਗਿਆਨ ਪ੍ਰਾਪਤ ਹੋ ਜਾਏ, ਔਰ ਇਹ ਜਿਹੜਾ ਸੰਸਾਰ ਦਾ ਧੰਦਾ ਹੈ, ਹਰਖ ਸੋਗ ਦਾ, ਜਨਮ ਮਰਨ ਦਾ, ਇਹਦੇ ਤੋਂ ਬਚ ਜਾਈਏ। ਗੁਰੂ ਸਾਹਿਬ ਨੇ ਜਾਣਿਆ ਵੀ ਹੁਣ ਪਿਤਾ ਜੀ ਅਧਿਕਾਰੀ ਨੇ ਗਿਆਨ ਪ੍ਰਾਪਤੀ ਦੇ। ਬੋਲੇ ਬਚਨ ਗਿਆਨ ਕੇ ਰਾਸਾ, ਮਹਾਨ ਸੋਹਣੇ ਸੋ ਸੱਚੇ ਗਿਆਨ ਦੇ ਬਚਨ ਮੇਰੇ ਸਤਿਗੁਰੂ ਜੀ ਬੋਲੇ ਉਸ ਵੇਲੇ। ਪਰਮੇਸ਼ਰ ਤੇ ਬੇਮੁਖ ਜੋਈ, ਤੋਂ ਹੁਣ ਬਚਨ ਕਰਦੇ ਨੇ, ਇਹ ਥੋੜੇ ਵਿਚਾਰ ਦੇ ਬਚਨ ਹਨ। ਕਹਿੰਦੇ ਨੇ ਜਿਹੜੇ ਪਰਮੇਸ਼ਰ ਵਾਹਿਗੁਰੂ ਤੋਂ ਬੇਮੁਖ ਲੋਕ ਨੇ, ਮਨਮੁਖ ਜਿਹੜੇ ਹਨ। ਮਨ ਜੋ ਨਾਮ ਲਖੀਜੇ ਸੋਈ, ਤੇ ਜਿਹਨੂੰ ਮਨ ਕਹੀਦਾ ਨਾ, ਜਾਣ ਲਓ ਜਿਹੜੇ ਲੋਕ ਪਰਮੇਸ਼ਰ ਤੋਂ ਬੇਮੁਖ ਨੇ, ਰੱਬ ਨੂੰ ਮੰਨਦੇ ਨਹੀਂ, ਮਨਮੁਖ, ਉਹ ਇਹਦਾ ਨਾਂ ਹੈ ਮਨ, ਇਹਨੂੰ ਮਨ ਕਹੀਦਾ ਹੈ। ਜੋ ਸਰੂਪ ਸਨਮੁਖ ਹੋਵੇ ਲਾਗਾ, ਤੇ ਜਿਹੜਾ ਵਾਹਿਗੁਰੂ ਪਰਮੇਸ਼ਵਰ ਦੇ ਸਰੂਪ ਦੇ ਸਨਮੁਖ, ਵਾਹਿਗੁਰੂ ਨੂੰ ਸਨਮੁਖ ਜਾਣ ਲੈਂਦਾ ਹੈ, ਭਇਓ ਅਮਨ ਸੋ ਲਖੋ ਸੁਭਾਗਾ, ਤੋ ਉਸ ਨੂੰ ਭਾਗਾਂ ਵਾਲੇ ਸਮਝੋ ਕਿ ਉਹ ਅਮਨ ਹੋ ਗਿਆ। ਬੜਾ ਸੁੰਦਰ ਪਿਆਰ ਨਾਲ ਭਾਈ ਸਾਹਿਬ ਖੋਲ ਰਹੇ ਨੇ ਵੀ ਜਿਹੜਾ ਰੱਬ ਤੋਂ ਬੇਮੁਖ ਹੈ ਉਹ ਸਮਝ ਲਓ ਮਨ ਹੈ, ਤੇ ਜਿਹੜਾ ਮਹਾਰਾਜ ਦੇ ਸਨਮੁਖ ਹੋ ਗਿਆ ਹੈ ਉਹ ਅਮਨ ਅਵਸਥਾ ਨੂੰ ਪ੍ਰਾਪਤ ਸਮਝੋ ਭਾਗਾਂ ਵਾਲਾ। ਜਿਉ ਰੱਬ ਬੇਮੁਖ ਬਰਫ ਹੋਵੇ ਜਾਵੇ, ਹੁਣ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਸਮਝ ਆ ਜੇ ਮਨ ਕੀ ਹੈ ਤੇ ਅਮਨ ਕੀ ਹੈ। ਕਹਿੰਦੇ ਜਿਸ ਤਰੀਕੇ ਦੇ ਨਾਲ ਸੋ ਜਿਹੜਾ ਪਾਣੀ ਸੂਰਜ ਦੀ ਧੁੱਪ ਤੋਂ ਦੂਰ ਹੋ ਜਾਂਦਾ, ਜਿੱਥੇ ਸੂਰਜ ਨਹੀਂ ਪੈਂਦਾ, ਕੋ ਧੁੱਪ ਨਹੀਂ ਪੈਂਦੀ ਹੈ, ਸਨਮੁਖ ਤੇ ਸੋ ਜਲ ਪਦ ਪਾਵੇ, ਤੇ ਜਿਹੜਾ ਸੋ ਇਸ ਪ੍ਰਕਾਰ ਸੂਰਜ ਤੋਂ ਦੂਰ ਹੋ ਗਿਆ ਪਾਣੀ, ਬੇਮੁਖ ਹੋ ਗਿਆ, ਉਹ ਬਰਫ਼ ਬਣ ਜਾਂਦਾ ਹੈ। ਤੇ ਜਦੋਂ ਉਹੀ ਬਰਫ਼ ਜਿਹੜੀ ਹੈ ਉਹ ਸੂਰਜ ਦੇ ਸਾਹਮਣੇ ਹੋ ਜਾਏ ਤਾਂ ਪਾਣੀ ਬਣ ਜਾਂਦਾ ਹੈ। ਜਿਉ ਇਸ ਮਨ ਕੀ ਗਤ ਲਖ ਲੀਜੈ, ਇਸ ਵਾਸਤੇ ਪਿਤਾ ਜੀ ਇਸ ਮਨ ਦੀ ਇਹੋ ਜਿਹੀ ਹਾਲਤ ਜਾਣ ਲਓ। ਪਰਮੇਸ਼ਰ ਦਿਸ ਦ੍ਰਿੜ ਸੋ ਕਰੀਜੈ, ਇਸ ਵਾਸਤੇ ਇਸ ਮਨ ਨੂੰ ਪਰਮੇਸ਼ਰ ਵੱਲ ਦੇ ਸਨਮੁਖ ਨੂੰ ਪੱਕਾ ਕਰਨਾ ਹੈ। ਤਾਂ ਜਦੋਂ ਸੋ ਸੂਰਜ ਤੋਂ ਬੇਮੁਖ ਹੋ ਗਿਆ ਜਲ ਤੇ ਉਹ ਬਰਫ਼ ਬਣ ਗਈ, ਤੇ ਜਿਸ ਵੇਲੇ ਉਸ ਤੇ ਸੂਰਜ ਪੈ ਗਿਆ, ਸੂਰਜ ਦੇ ਸਾਹਮਣੇ ਆ ਗਏ, ਤੇ ਉਹ ਜਿਹੜੀ ਬਰਫ਼ ਸੀ ਬੇਬਰਫ਼ ਹੋ ਗਈ, ਭਾਵ ਉਹਦਾ ਰੂਪ ਨਹੀਂ ਰਿਹਾ, ਉਹ ਬਣ ਗਿਆ ਪਾਣੀ। ਇਸੇ ਤਰ੍ਹਾਂ ਜਦੋਂ ਪਰਮੇਸ਼ਰ ਤੋਂ ਬੇਮੁਖ ਹੈ ਤਾਂ ਉਦੋਂ ਹੈ ਮਨ, ਇਹਦਾ ਰੂਪ ਮਨ ਹੈ। ਜਦੋਂ ਪਰਮੇਸ਼ਰ ਦੇ ਸਨਮੁਖ ਹੋ ਜਾਵੇ ਇਹ ਫਿਰ ਅਮਨ ਹੋ ਜਾਂਦਾ ਹੈ, ਇਹਨੂੰ ਮਨ ਤੋਂ ਅਮਨ ਦੀ ਅਵਸਥਾ ਹੈ। ਇਸ ਪ੍ਰਕਾਰ ਤੋਂ ਵਾਹਿਗੁਰੂ ਦੇ ਸਨਮੁਖ ਹੋ ਜਾਵੇ ਤੇ ਫਿਰ ਇਹ ਅਮਨ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਹਰਖ ਸੋਕ ਪੁਨ ਰਾਗ ਜੋ ਦਵੈਖਾ, ਫਿਰ ਇਹ ਜਿਹੜਾ ਹਰਖ ਸੋਗ ਹੈ, ਖੁਸ਼ੀ ਗਮੀ ਹੈ, ਈਰਖਾ ਆਦਿਕ ਤੇ ਮੋਹ ਆਦਿਕ, ਇਹ ਜਿਹੜੇ ਔਗਣ ਹਨ ਮਨ ਵਿੱਚ, ਤਿਨ ਤੇ ਹੋਵੇ ਹੈ ਸਥਿਤ ਬਸੇਖਾ, ਇਹਨਾਂ ਤੋਂ ਪਰੇ ਹੋ ਕਰਕੇ ਜਦੋਂ ਮਨ ਤੋਂ ਅਮਨ ਹੋ ਜਾਂਦਾ ਨਾ, ਫਿਰ ਟਿਕ ਜਾਂਦਾ ਹੈ, ਫਿਰ ਸਥਿਤ ਹੋ ਜਾਂਦਾ ਹੈ ਮਨ। ਸਰਬ ਥਾਨ ਸਭ ਜੀਵਨ ਮਾਹੀ, ਫਿਰ ਕੀ ਹੁੰਦਾ ਹੈ ਕਿ ਸਾਰੇ ਥਾਵਾਂ 'ਚ, ਸਾਰੇ ਹੀ ਜੀਵਾਂ ਦੇ ਵਿੱਚ ਪਰਮੇਸ਼ਰ ਬਿਨ ਦੂਜੋ ਨਾਹੀ, ਫਿਰ ਉਸ ਨੂੰ ਦਿਸ ਪੈਂਦਾ ਕਿ ਪਰਮੇਸ਼ਰ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈ। ਸਭ ਪਾਸੇ ਤੁਝ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਵਾਹਿਗੁਰੂ ਤੋਂ ਬਿਨਾਂ ਕੋਈ ਦੂਸਰਾ ਹੈ ਹੀ, ਸਭ ਪਾਸੇ ਵਾਹਿਗੁਰੂ ਦਿਸਦਾ ਹੈ। ਫਿਰ ਧਰਨੀ ਸਰਬ ਬਿਖੈ ਜਲ ਜੈਸੇ, ਜਿਸ ਤਰ੍ਹਾਂ ਸਾਰੀ ਧਰਤੀ ਜਿਹੜੀ ਹੈ, ਸਾਰੀ ਧਰਤੀ ਜਲ ਹੈ, ਧਰਤੀ ਦੇ ਥੱਲੇ ਵੀ ਜਲ ਹੈ, ਜਿੱਧਰ ਵੀ ਜਲ ਹੈ ਧਰਤੀ ਤੇ, ਪਰਮੇਸ਼ਰ ਬਿਨ
ਸੋ ਬਿਦ ਨੀਕੀ ਦਿਓ ਬਿਤਾਈ। ਸੋਹਣੇ ਢੰਗ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਜਿਸ ਤਰੀਕੇ ਦੇ ਨਾਲ ਧਰਤੀ ਹੈ, ਪਰ ਸਾਰੇ ਪਾਸੇ ਜਿੱਧਰ ਦੇਖੋ ਪਾਣੀ ਹੈ ਧਰਤੀ ਦੇ ਥੱਲੇ। ਪਰਮਾਤਮ ਰਹਿਓ ਪੂਰ ਸਵੈਸੇ। ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਸਾਰੇ ਪਰਿਪੂਰਨ ਹੈ। ਤੁਮ ਜੇ ਕਹੋ ਨਹਿ ਦੇਤ ਦਿਸਾਈ। ਪਰ ਜੇ ਤੁਸੀਂ ਆਖੋ ਜੀ ਪਰਮੇਸ਼ਰ ਤਾਂ ਹੈ ਸਾਰੇ ਪਿਛਾਂ ਨੂੰ ਦਿਸਦਾ ਹੈ, ਤਾਂ ਸਰਵਣ ਕਰੋ। ਸੋ ਬਿਦ ਨੀਕੀ ਦਿਓ ਬਿਤਾਈ। ਸੋਹਣੇ ਤਰੀਕੇ ਦੇ ਨਾਲ ਤੁਹਾਨੂੰ ਸਮਝਾ ਦਈਏ। ਗਿਆਨੀ ਕੋ ਜੋ ਹਿਰਦਾ ਬਿਮਲ ਹੈ। ਕਹਿੰਦੇ ਜਦੋਂ ਗਿਆਨੀ ਗਿਆਨਵਾਨ ਦਾ ਹਿਰਦਾ ਉਜਲ ਹੋ ਜਾਂਦਾ, ਸਾਫ ਸੁੱਧ ਹੋ ਜਾਂਦਾ, ਜਦੋਂ ਨਿਰਮਲ ਹੁੰਦਾ ਤਹਾਂ ਹੈ, ਪ੍ਰਗਟ ਜਿਉ ਸਰੋਤ ਸੋ ਜਲ ਹੈ। ਤੇ ਉੱਥੇ ਸਮਝੋ ਵੀ ਇਹ ਪਰਮੇਸ਼ਰ ਇਸ ਤਰ੍ਹਾਂ ਪ੍ਰਗਟ ਹੁੰਦਾ ਹੈ ਜਿਵੇਂ ਧਰਤੀ ਤੋਂ ਚਸ਼ਮਾ ਫੁੱਟਦਾ ਹੈ। ਇਵੇਂ ਉਸ ਬ੍ਰਹਮ ਗਿਆਨੀ ਦੇ ਹਿਰਦੇ ਵਿੱਚੋਂ ਇਉਂ ਉਹ ਮਾਲਕ ਵਾਹਿਗੁਰੂ ਪਰਮੇਸ਼ਵਰ ਦਾ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਜਗਿਆਸੀ ਕੋ ਉਰ ਹੈ ਜੋਈ। ਤੇ ਕਹਿੰਦੇ ਜਿਹੜਾ ਜਗਿਆਸੂ ਦਾ ਹਿਰਦਾ ਹੈ ਕੂਪ ਸਮਾਨ ਜਾਨੀਏ ਸੋਈ। ਉਹ ਇਉਂ ਸਮਝੋ ਜਿਵੇਂ ਖੂਹ ਲੱਗਾ ਹੁੰਦਾ ਹੈ, ਪਾਣੀ ਪ੍ਰਗਟ ਹੋ ਜਾਂਦਾ ਖੂਹ ਦੇ ਵਿੱਚੋਂ। ਜਤਨ ਕਰੇ ਜਲ ਕਰ ਮਹਿ ਆਵੇ। ਜੇ ਕੋਈ ਯਤਨ ਕਰੇ ਤਾਂ ਹੱਥ ਵਿੱਚ ਪਾਣੀ ਪ੍ਰਾਪਤ ਹੁੰਦਾ, ਖੂਹ ਦੇ ਵਿੱਚੋਂ ਯਤਨ ਨਾਲ ਕੱਢਣਾ ਪੈਂਦਾ। ਜਗਿਆਸੂ ਦਾ ਹਿਰਦਾ ਜਿਹੜਾ ਹੈ ਉਹ ਖੂਹ ਦੀ ਨਿਆਈ, ਉਹਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੈ। ਬ੍ਰਹਮ ਗਿਆਨੀ ਨੂੰ ਇਉਂ ਪ੍ਰਾਪਤੀ ਹੈ ਜਿਵੇਂ ਚਸ਼ਮਾ ਫੁੱਟਦਾ ਹੋਵੇ। ਤਿਉ ਪ੍ਰਯਾਸ ਤੇ ਈਸ਼ਰ ਪਾਵੇ। ਇਸ ਤਰ੍ਹਾਂ ਜਗਿਆਸੂ ਜਿਹੜੇ ਨੇ ਯਤਨ ਕਰਕੇ ਪਰਮੇਸ਼ਵਰ ਦੀ ਪ੍ਰਾਪਤੀ ਕਰਦੇ ਨੇ। ਅਗਿਆਨੀ ਕੋ ਉਰ ਹੈ ਜੋ। ਤੇ ਜਿਹੜਾ ਹੁਣ ਅਗਿਆਨੀ ਦਾ ਹਿਰਦਾ ਹੈ ਪੜਦੇ ਕੋ ਜਲ ਜਾਨੁ ਸੋ। ਉਹ ਐਵੇਂ ਹੈ ਜਿਵੇਂ ਪਰਦੇ ਵਿੱਚ, ਧਰਤੀ ਦੇ ਪਰਦੇ ਦੇ ਥੱਲੇ ਜਲ ਹੈ ਜਿੱਦਾਂ। ਤਹ ਤਤਕਾਲ ਹਾਥ ਨਹਿ ਆਈ। ਪਰ ਹੁਣ ਜਿੱਥੇ ਪਾਣੀ ਪਰਦੇ ਦੇ ਵਿੱਚ ਹੈ ਉੱਥੋਂ ਛੇਤੀ ਨਾਲ ਪ੍ਰਾਪਤ ਨਹੀਂ ਹੁੰਦਾ। ਖੂਹ ਦੇ ਵਿੱਚ ਸਾਹਮਣੇ ਦਿਸਦਾ ਬੰਦਾ ਕੱਢ ਲਊਗਾ। ਚਸ਼ਮਾ ਚੱਲਦਾ ਹੈ ਜਲ ਤੋ ਬੁੱਕ ਭਰ ਕੇ ਪੀ, ਯਤਨ ਨਹੀਂ ਕਰਨਾ ਪੈਂਦਾ, ਬੰਦਾ ਉਂਝ ਪੀ ਲੈਂਦਾ, ਵਰਤ ਲੈਂਦਾ ਹੈ। ਪਰ ਛਿਤ ਮੈਂ ਜਲ ਹੈ ਸਭ ਥਾਈ। ਪਰ ਗੱਲ ਇਹ ਨਿਸ਼ਚੈ ਹੈ ਵੀ ਧਰਤੀ ਦੇ ਵਿੱਚ ਪਾਣੀ ਜਿਹੜਾ ਧਰਤੀ ਦੇ ਥੱਲੇ ਸਾਰੇ ਹੀ ਹੈ। ਤਿਉ ਪਰਮੇਸ਼ਰ ਹੈ ਸਭ ਮਾਹੀ। ਇਉਂ ਸਾਰੇ ਜਿੰਨੇ ਸਰੀਰ ਨੇ, ਭਾਵੇਂ ਕੋਈ ਜਗਿਆਸੂ ਨੇ, ਭਾਵੇਂ ਨੇ ਮਨਮੁਖ, ਭਾਵੇਂ ਨੇ ਬ੍ਰਹਮ ਗਿਆਨੀ, ਭਾਈ ਸਾਰਿਆਂ ਹਿਰਦਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜਿਹੜਾ ਉਹ ਹੈ। ਪ੍ਰਗਟਨ ਦੁਰਨ ਕਹੀ ਬਿਦ ਜਾਹੀ। ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਇਉਂ ਪ੍ਰਗਟ ਕਰਨਾ ਤੇ ਛਪਣ ਦਾ ਤਰੀਕਾ, ਰੱਬ ਕਿਉਂ ਨਹੀਂ ਦਿਸਦਾ, ਉਹਦਾ ਜਵਾਬ ਦੇ ਰਹੇ ਨੇ ਭਈ ਜਿਹੋ ਜਿਹਾ ਕਿਸੇ ਦਾ ਹਿਰਦਾ ਹੈ ਉਹੋ ਜਿਹਾ ਵਾਹਿਗੁਰੂ ਦਾ ਨੂੰ ਪ੍ਰਕਾਸ਼ ਹੈ। ਇਹ ਜੋ ਜਗਤ ਬਣਾਉ ਬਨਿਓ ਹੈ। ਮਹਾਰਾਜ ਕਹਿੰਦੇ ਇਹ ਦੇਖੋ ਆ ਜਿਹੜਾ ਜਗਤ ਸੰਸਾਰ ਹੈ, ਇਸ ਦਾ ਬਣਾਓ, ਜੋ ਬਣਾਵਟ ਬਣੀ ਹੋਈ ਸੰਸਾਰ ਦੀ, ਪਰਮਾਤਮ ਬਿਨ ਕੌਣ ਗੁਨਿਓ ਹੈ। ਤੇ ਇਸ ਪ੍ਰਕਾਰ ਦੇਖੋ ਆ ਜਗਤ ਹੁਣ ਬਿਨਾਂ ਕਰਤੇ ਤੋਂ, ਬਿਨਾਂ ਪਰਮੇਸ਼ਰ ਤੋਂ ਕਿਵੇਂ ਬਣ ਸਕਦਾ ਜਾਂ ਕਿਵੇਂ ਕੋਈ ਬਣਾ ਸਕਦਾ ਹੈ। ਜਿਉ ਨਿਜ ਰੂਪ ਬੀਜ ਵੱਡ ਧਾਰਤ। ਦੇਖੋ ਜਿਸ ਤਰੀਕੇ ਦੇ ਨਾਲ ਸੋ ਆਪਣਾ ਬੀਜ ਹੈ ਤੇ ਉਹਦੇ ਵਿੱਚ ਆਪਣਾ ਰੂਪ ਜਿਹੜਾ ਛੁਪਿਆ ਹੁੰਦਾ ਹੈ। ਭਾਵ ਜਿਸ ਤਰ੍ਹਾਂ ਕਿਸੇ ਵੀ ਫਲ ਦਾ ਬੀਜ ਹੈ, ਬੋਹੜ ਦਾ ਦਰਖਤ ਹੈ, ਤੇ ਹੁਣ ਬੋਹੜ ਦਾ ਫਲ ਹੁੰਦਾ ਹੈ, ਫਲ ਦੇ ਵਿੱਚ ਉਹਦੇ ਬਹੁਤ ਬਰੀਕ ਖਸਖਸ ਦਾਣੇ ਵਰਗਾ ਬੀਜ ਹੁੰਦਾ ਹੈ। ਉਸ ਬੀਜ ਦੇ ਵਿੱਚ ਸੋ ਜਿਹੜਾ ਹੈ ਬੋਹੜ ਦਾ ਦਰਖਤ ਹੁੰਦਾ, ਉਹਦਾ ਰੂਪ ਸੂਖਮ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕੀਤਾ, ਸੋ ਬਟਕ ਬੀਜ ਮੈਂ ਰਵ ਰਹਿਓ ਜਾਂ ਕੋ ਤੀਨ ਲੋਕ ਵਿਸਥਾਰ। ਜਿਵੇਂ ਬੋਹੜ ਦੇ ਬੀਜ ਦੇ ਵਿੱਚ ਸੋ ਐਡਾ ਵੱਡਾ ਬੋਹੜ ਸਮਾਇਆ ਹੁੰਦਾ ਹੈ, ਇਸੇ ਤਰ੍ਹਾਂ ਹੀ ਸਾਰੇ ਜੀਵਾਂ ਦੇ ਵਿੱਚ ਸੂਖਮ ਰੂਪ ਵਿੱਚ ਪਰਮੇਸ਼ਰ ਸਮਾਇਆ ਹੋਇਆ ਹੈ। ਸੋ ਜਿੱਥੇ ਬੋਹੜ ਦਾ ਬੀਜ ਲਾ ਦਈਏ, ਬੋਹੜ ਉੱਗ ਪੈਂਦਾ ਹੈ, ਸਮੇਂ ਦੇ ਨਾਲ ਵੱਧਦਾ ਵੱਡਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਰਿਆਂ ਹਿਰਦਿਆਂ ਵਿੱਚ ਪਰਮੇਸ਼ਵਰ ਤਾਂ ਹੈ, ਤੋ ਸੂਖਮ ਰੂਪ ਵਿੱਚ ਹੈ। ਭਈ ਜਿਵੇਂ ਜਿਵੇਂ ਸਤਸੰਗਤ ਕਰੇ, ਜਿਵੇਂ ਜਿਵੇਂ ਗੁਰੂ ਉਪਦੇਸ਼ ਕਮਾਵੇ, ਤਿਵੇਂ ਤਿਵੇਂ ਉਹ ਫਿਰ ਜਿਹੜਾ ਸਾਡੇ ਅੰਦਰ ਸੂਖਮ ਰੂਪ ਵਿੱਚ ਉਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਤੇ ਅਵਸਥਾ ਦੇ ਮੁਤਾਬਕ ਫਿਰ ਜਗਿਆਸੂ ਅਵਸਥਾ ਬਣਦੀ ਤੇ ਖੂਹ ਦੀ ਨਿਆਈ ਹੈ, ਯਤਨ ਕਰਕੇ ਪ੍ਰਾਪਤੀ। ਬ੍ਰਹਮ ਗਿਆਨੀ ਹੋ ਜਾਏ ਤੇ ਚਸ਼ਮੇ ਦੀ ਨਿਆਈ ਪਰਮੇਸ਼ਰ ਸਰਮੁਖ ਹਰ ਵੇਲੇ ਹਾਜ਼ਰ ਹੁੰਦਾ ਹੈ। ਹੋਵੇ ਕਰ ਬਿਟਪ ਭਲੇ ਵਿਸਤਾਰਤ। ਇਸ ਪ੍ਰਕਾਰ ਬੀਜ ਦਾ ਜਿਹੜਾ ਉਹਦੇ ਵਿੱਚ ਸੋ ਦਰਖਤ ਹੁੰਦਾ ਛੁਪਿਆ ਹੋਇਆ, ਤੇ ਜਿਸ ਵੇਲੇ ਬੀਜ ਦਈਏ ਤੇ ਕੀ ਹੁੰਦਾ ਹੈ, ਫਿਰ ਦਰਖਤ ਉਗਦਾ, ਉਹਦੇ ਵਿੱਚੋਂ ਦਰਖਤ ਉਗ ਕਰਕੇ ਬਣ ਜਾਂਦਾ ਹੈ। ਤੇ ਬੀਰਜ ਕੋ ਖੋਜੇ ਕੋ। ਤੇ ਜੇਕਰ ਹੁਣ ਸੋ ਦਰਖਤ ਤਾਂ ਹੈ, ਬੂਟਾ ਉਗ ਗਿਆ, ਹੁਣ ਕਵੇਂ ਇਹਦੇ ਵਿੱਚੋਂ ਹੁਣ ਬੀ ਲੱਭ ਲਵਾਂ। ਹੁਣ ਜਿਹੜਾ ਹੈ ਸੋ ਬੂਟਾ ਜਿਹੜਾ ਉਹਦੇ ਪੱਤਿਆਂ ਚੋਂ, ਉਹਦੇ ਤਣੇ ਦੇ ਵਿੱਚੋਂ ਤਾਂ ਬੀ ਨਹੀਂ ਲੱਭਣਾ,
ਤੋ ਕਹਿੰਦੇ ਜਿਸ ਤਰ੍ਹਾਂ ਕੋਈ ਬੀਜ ਲੱਭੇ ਤਾਂ ਕਾਠ ਪੱਤਰ ਪੁਸ਼ਪਾਦਕ ਜੋ। ਤੇ ਜੇ ਕੋਈ ਲੱਭਦਾ ਹੈ ਤਾਂ ਹੁਣ ਦੇਖੋ ਲੱਕੜ ਹੈ ਦਰਖਤ ਦੀ, ਫਿਰ ਉਸ ਨੂੰ ਪੱਤਰੇ ਲੱਗੇ ਨੇ ਤੇ ਉਸ ਨੂੰ ਫੁੱਲ ਲੱਗੇ ਹੋਏ ਹੁੰਦੇ ਹਨ। ਤਹਿ ਤੇ ਹਾਥ ਨਾ ਆਵੇ ਕਬ ਹੀ। ਕੋਈ ਜਿੰਨਾ ਮਰਜ਼ੀ ਯਤਨ ਕਰ ਲੈ, ਨਾ ਤਾਂ ਲੱਕੜ ਵਿੱਚੋਂ ਬੀਜ ਲੱਭਣਾ ਹੈ, ਨਾ ਪੱਤਿਆਂ ਦੇ ਵਿੱਚੋਂ ਲੱਭਣਾ ਹੈ, ਨਾ ਫੁੱਲਾਂ ਚੋਂ ਵੀ ਲੱਭਦਾ ਹੈ। ਖੋਜਤ ਰਹੇ ਆਰਬਲ ਸਭ ਹੀ। ਸਾਰੀ ਉਮਰ ਭਾਵੇਂ ਕੋਈ ਲੱਭਦਾ ਰਵੇ, ਸੋ ਬੀਜ ਜਿਹੜਾ ਨਹੀਂ ਲੱਭੇਗਾ। ਜੇ ਫਲ ਕੋ ਖੋਜਹਿ ਭਲ ਭਾਂਤੀ। ਜੇ ਫਲ ਨੂੰ ਚੰਗੀ ਤਰ੍ਹਾਂ ਖੋਜਣਾ ਸ਼ੁਰੂ ਕਰੇ, ਉਹੀ ਦਰਖਤ ਹੈ। ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਓੰਕਾਰਾ। ਮਹਾਰਾਜ ਕਹਿੰਦੇ ਬੀਜ ਬਹੁਤ ਵਾਰੀ ਤੁਸੀਂ ਬੀਜ ਕੇ ਦੇਖ ਲਓ। ਬੀਜ ਬੀਜਿਆ, ਬੀਜ ਤੋਂ ਬੂਟਾ ਉੱਗਿਆ ਤੇ ਜਦੋਂ ਬੂਟਾ ਪਲ ਜਾਂਦਾ ਹੈ, ਉਸ ਨੂੰ ਪੱਤਰੇ ਟਾਹਣੀਆਂ ਹੁੰਦੇ, ਫੁੱਲ ਲੱਗਦੇ ਨੇ, ਤੇ ਜਿਸ ਵੇਲੇ ਫਲ ਆ ਜਾਂਦਾ ਹੈ, ਉਹ ਫਲ ਪੱਕ ਜਾਂਦਾ ਹੈ, ਤੇ ਕਹਿੰਦੇ ਜਿਹੜਾ ਬੀਜ ਬੀਜਿਆ ਸੀ ਫਲ ਦੇ ਵਿੱਚੋਂ ਉਹੀ ਬੀਜ ਲੱਭ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ਵਰ ਦੀ ਗਤੀ ਹੈ। ਆ ਸਾਰਾ ਹੀ ਸੰਸਾਰ ਜਿਹੜਾ ਹੈ ਇਹ ਪਰਮੇਸ਼ਵਰ ਤੋਂ ਸੋ ਇਸ ਪ੍ਰਕਾਰ ਪੈਦਾ ਹੋਇਆ ਹੈ। ਜਿਵੇਂ ਜਿਵੇਂ ਵੱਧਦਾ ਹੈ ਤੇ ਇਸ ਪ੍ਰਕਾਰ ਤੋਂ ਜਿਵੇਂ ਖੋਜ ਕਰੀਏ ਤਾਂ ਕਹਿੰਦੇ ਅੱਗੇ ਭਾਈ ਸਾਹਿਬ ਜੀ ਉਸ ਦਾ ਨਿਰਣਾ ਦੇ ਰਹੇ ਨੇ ਪ੍ਰਮਾਣ ਦੇ ਕਰਕੇ ਕਿ ਪਰਮੇਸ਼ਵਰ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਫਲ ਵਿੱਚੋਂ। ਪਾਏ ਬੀਜ ਹੋਵੇ ਸੀਤਲ ਛਾਤੀ। ਤੋਂ ਕਹਿੰਦੇ ਇਸ ਪ੍ਰਕਾਰ ਸੋ ਜਿਹੜਾ ਬੀਜ ਨੂੰ ਖੋਜਦਾ ਹੈ, ਉਹ ਜਦੋਂ ਫਲ ਨੂੰ ਪ੍ਰਾਪਤ ਕਰ ਤੇ ਫਲ ਦੇ ਵਿੱਚ ਉਸ ਨੂੰ ਬੀਜ ਮਿਲ ਜਾਂਦਾ, ਉਹਨੂੰ ਸ਼ਾਂਤੀ ਆ ਜਾਂਦੀ ਵੀ ਹੁਣ ਮੈਨੂੰ ਬੀਜ ਮਿਲ ਗਿਆ, ਉਹਨੂੰ ਫਿਰ ਅੱਗੇ ਬੀਜ ਸਕਦੇ ਹਾਂ। ਤਿਉ ਪਰਮੇਸ਼ਰ ਖੋਜਨ ਵਾਰੇ। ਇਸ ਤਰ੍ਹਾਂ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਖੋਜੀ ਹਨ, ਲੱਭਣ ਵਾਲੇ ਪਰਮੇਸ਼ਰ ਨੂੰ। ਕਾਠ ਤਾਮਸੀ ਜੀਉ ਨਿਹਾਰੇ। ਉਹ ਹੁਣ ਕੀ ਹੁੰਦਾ ਜਦੋਂ ਨਵੀਂ ਜਗਿਆਸਾ ਇਸ ਪ੍ਰਕਾਰ ਜਾਗਦੀ ਹੈ ਨਾ, ਤੇ ਉਹ ਜਗਿਆਸੂ ਫਿਰ ਲੱਭਣ ਲਈ ਤੁਰਦਾ ਕਿ ਮੈਨੂੰ ਕਿੱਥੋਂ ਰੱਬ ਦੀ ਗੱਲ ਮਿਲੇ, ਕਿੱਥੋਂ ਰੱਬ ਦਾ ਦਰਸ਼ਨ ਹੋਵੇ। ਐਸੇ ਬਹੁਤ ਪ੍ਰਮਾਣ ਨੇ ਸਾਧੂਆਂ ਮਹਾਂਪੁਰਸ਼ਾਂ ਦੇ, ਗੁਰਸਿੱਖਾਂ ਦੇ। ਜਦੋਂ ਮਨ ਵਿੱਚ ਜਗਿਆਸਾ ਜਾਗੀ, ਉਹਨਾਂ ਨੇ ਫਿਰ ਲੱਭਣ ਵਾਸਤੇ ਸੋ ਵਿਚਰਨਾ ਸ਼ੁਰੂ ਕੀਤਾ, ਯਾਤਰਾ ਸ਼ੁਰੂ ਕੀਤੀ। ਕਦੇ ਕਿਸੇ ਸਾਧੂ ਨਾਲ ਮਿਲੇ, ਕਦੇ ਕਿਸੇ ਮੰਡਲੀ ਨਾਲ ਮਿਲੇ, ਜਾ ਕੇ ਜੀਵਨ ਮਿਲਦੇ ਨੇ। ਤਾਂ ਕਹਿੰਦੇ ਜਿਸ ਤਰ੍ਹਾਂ ਸੋ ਜਿਹਨੇ ਭਾਲਣ ਵਾਲਾ ਤੁਰਦਾ ਹੈ, ਤੇ ਜਿਹੜੇ ਹੁਣ ਤਾਮਸੀ ਜੀਵ, ਤਮੋ ਗੁਣੀ, ਜਿਹੜੇ ਨੇ ਹਰ ਵੇਲੇ ਕ੍ਰੋਧੀ ਸੁਭਾਅ ਹੈ, ਲੜਨਾ ਝਗੜਨਾ ਆਦਿ, ਤਾਂ ਜੇ ਉਹੋ ਜਿਹਿਆਂ ਦੇ ਵਿੱਚ ਦੇਖੇ ਵੀ ਇਹਨਾਂ ਵਿੱਚੋਂ ਮੈਨੂੰ ਪਰਮੇਸ਼ਰ ਦਿਸ ਪਵੇ। ਬਚਨ ਕਠੋਰ ਕਹਿਨ ਹੈ ਜੋ। ਉਹਨਾਂ ਦਾ ਸੁਭਾਅ ਜਿਹੜਾ ਹੈ ਕਰੜੇ ਬਚਨ ਕਹਿਣ ਦਾ ਹੁੰਦਾ ਹੈ। ਲੱਖ ਕਠੋਰ ਪੰਨ ਤਾਂ ਮਹਿ ਸੋ। ਤੋ ਜਾਣੋ ਇਹ ਕਠੋਰ ਪੁਣਾ ਲੱਕੜ ਦੀ ਨਿਆਈ ਹੈ ਉਹਨਾਂ ਵਿੱਚ। ਤਹਿ ਤੇ ਈਸ਼ਰ ਹਾਥ ਨ ਆਵੇ। ਇਹ ਜਿਵੇਂ ਕਹਿੰਦੇ ਵੀ ਲੱਕੜ ਦੇ ਵਿੱਚੋਂ ਤੁਹਾਨੂੰ ਰੱਬ ਬੀਜ ਨਹੀਂ ਮਿਲਣਾ, ਇਉਂ ਜਿਹੜੇ ਤਾਮਸੀ ਲੋਕ ਲੱਕੜ ਦੀ ਨਿਆਈ ਹਨ, ਉਹਨਾਂ ਵਿੱਚੋਂ ਪਰਮੇਸ਼ਵਰ ਦਾ ਭਾਸ਼ ਨਹੀਂ ਪਏਗਾ ਤੁਹਾਨੂੰ। ਜਿਉ ਸਿਕਤਾ ਤੇ ਤੇਲ ਨਾ ਪਾਵੇ। ਜਿਸ ਤਰ੍ਹਾਂ ਕੋਈ ਕੋਸ਼ਿਸ਼ ਕਰੇ ਕਿ ਮੈਂ ਰੇਤ ਨੂੰ ਕੋਹਲੂ ਚ ਪਾ ਕੇ ਪੀੜਾ ਦੇ ਤੇਲ ਨਿਕਲ ਜਾਊ, ਜਿੱਦਾਂ ਬੀਜਾਂ ਚੋਂ ਨਿਕਲਦਾ, ਰੇਤ ਵਿੱਚੋਂ ਤੇਲ ਨਹੀਂ ਮਿਲ ਸਕਦਾ। ਅਹੇ ਰਾਜਸੀ ਪੱਤਰ ਸਮਾਨਾ। ਹੁਣ ਕਹਿੰਦੇ ਇਹ ਹੋ ਗਏ ਲੱਕੜ ਦੀ ਨਿਆਈ, ਜਿਹੜੇ ਤਾਮਸੀ ਸੁਭਾਅ ਵਾਲੇ ਤਮੋ ਗੁਣੀ। ਹੁਣ ਕਹਿੰਦੇ ਜਿਹੜੇ ਪੱਤਰੇ ਸਮਝੋ ਉਹ ਰਾਜਸੀ ਸੁਭਾਅ ਵਾਲੇ ਰਜੋ ਗੁਣੀ ਜਿਵੇਂ ਹੁੰਦੇ ਆ। ਛਾਇਆ ਦੇ ਸੁਖ ਵਿਖੇ ਮਹਾਨਾ। ਉਹਨਾਂ ਕੋਲੋਂ ਛਾਂ ਮਿਲ ਸਕਦੀ ਹੈ ਪੱਤਿਆਂ ਦੀ। ਸੋ ਜਿਵੇਂ ਦਰਖਤ ਦੇ ਪੱਤਰੇ ਨੇ, ਪੱਤਰਿਆਂ ਤੋਂ ਛਾਂ ਤਾਂ ਮਿਲ ਸਕਦੀ ਹੈ। ਇਸੇ ਤਰ੍ਹਾਂ ਜਿਹੜੇ ਰਜੋਗੁਣੀ ਸੁਭਾਅ ਵਾਲੇ ਲੋਕ ਨੇ, ਇਸ ਪ੍ਰਕਾਰ ਮਤਲਬ ਪ੍ਰਸਤੀ ਵਾਲੇ, ਮਾਇਆ ਇਕੱਠੀ ਕਰਨ ਵਾਲੇ, ਉਹਨਾਂ ਕੋਲ ਵਿਸ਼ਿਆਂ ਵਿਕਾਰਾਂ ਦੀ ਸੋ ਇਸ ਪ੍ਰਕਾਰ ਸੁੱਖ ਤਾਂ ਮਿਲ ਸਕਦੇ ਹਨ। ਤਿੰਨ ਤੇ ਹਰੀ ਪਾਏ ਨਹਿ ਕੈਸੇ। ਪਰ ਜੇ ਕਹੇ ਇਹੋ ਜਿਹੇ ਲੋਕਾਂ ਤੋਂ ਰੱਬ ਮਿਲ ਜਾਏ, ਰੱਬ ਨਹੀਂ ਮਿਲ ਸਕਦਾ। ਇੱਕ ਵਿਦਵਾਨ ਹੋਏ ਨੇ ਇਸ ਪ੍ਰਕਾਰ ਭਾਈ ਰਘਵੀਰ ਸਿੰਘ ਜੀ, ਉਹਨਾਂ ਨੇ ਆਤਮ ਸਾਇੰਸ ਲਿਖੀ ਹੈ। ਇਸ ਪ੍ਰਕਾਰ ਰਸਾਲਾ ਕੱਢਿਆ, ਕਰਦੇ ਨਾਮ ਰੱਖਿਆ ਆਤਮ ਸਾਇੰਸ। ਉਹਨਾਂ ਨੇ ਜੀਵਨ ਵਿੱਚ ਲਿਖਿਆ ਹੈ। ਉਹ ਕਹਿੰਦੇ ਨੇ ਵੀ ਅਸੀਂ ਜਿਸ ਵੇਲੇ ਸਾਨੂੰ ਇਹ ਸ਼ੌਂਕ ਜਾਗਿਆ ਵੀ ਰੱਬ ਨੂੰ ਮਿਲਣਾ ਚਾਹੀਦਾ, ਮਨੁੱਖ ਜਨਮ ਮਿਲਿਆ ਤੇ ਆਪਾਂ ਨੂੰ ਯਤਨ ਕਰਨਾ ਚਾਹੀਦਾ। ਕਹਿੰਦੇ ਵੀ ਮੈਂ ਕੋਸ਼ਿਸ਼ ਕੀਤੀ, ਫਿਰ ਇਸ ਪ੍ਰਕਾਰ ਜੋ ਕੀਰਤਨੀਏ ਬੜੇ ਬੜੇ ਨਾਮਵਰ ਲੋਕ ਸਨ ਉਹਨਾਂ ਨੂੰ ਮਿਲੇ, ਪਰ ਜਿਸਲੇ ਉਹਨਾਂ ਕੋਲ ਜਾ ਕੇ ਕੋਈ ਰੱਬ ਦੀ ਗੱਲ ਪੁੱਛੀ ਤੇ ਕੁਛ ਪੱਲੇ ਪਿਆ ਨਾ। ਫਿਰ ਬੜੇ ਬੜੇ ਗਿਆਨੀਆਂ ਕੋਲ ਗਏ, ਉਹਨਾਂ ਕੋਲੋਂ ਵੀ ਕੋਈ ਰੱਬ ਦੀ ਗੱਲ ਪੱਲੇ ਨਾ ਪਾਈ, ਗੱਲਾਂ ਹੀ ਬਾਤਾਂ ਹੀ ਸੁਣੀਆਂ। ਫਿਰ ਕਹਿੰਦੇ ਸੰਤਾਂ ਕੋਲ ਚਰਨਾ ਸ਼ੁਰੂ ਕੀਤਾ, ਸਾਧੂ ਮਹਾਤਮਾ ਦੇਖੇ, ਬੜੇ ਬੜੇ ਆਡੰਬਰ, ਬੜੇ ਬੜੇ ਡੇਰੇ, ਬੜੀ ਦੁਨੀਆ ਤੋਂ ਪੂਜਾ। ਉਹਨਾਂ ਕੋਲ ਜਾ ਕੇ ਰੱਬ ਦੇ ਨਾਮ ਦੀ ਗੱਲ ਪੁੱਛੀ ਤੇ ਪੱਲੇ ਕੁਛ ਵੀ ਨਾ ਪਿਆ। ਅਖੀਰ ਕਹਿੰਦੇ ਫਿਰ ਗੁਰੂ ਚਰਨਾਂ ਦਾ ਆਸਰਾ ਲੈ ਕੇ
ਕਹਿੰਦੇ ਫਿਰ ਅਸੀਂ ਇੱਕ ਆਪਣਾ ਘਰ ਦੇ ਵਿੱਚ ਹੀ ਕਮਰਾ ਇੱਕ ਸੈਪਰੇਟ ਕੀਤਾ ਔਰ ਉੱਥੇ ਸਿਰਫ ਸਿਮਰਨ ਕਰਨਾ ਤੇ ਉਹਨੂੰ ਬੰਦ ਰੱਖਣਾ। ਤੇ ਕਹਿੰਦੇ ਇਸ ਤਰ੍ਹਾਂ ਫਿਰ ਸਿਮਰਨ ਕਰਦਿਆਂ ਕਰਦਿਆਂ ਫਿਰ ਜਿਹੜੀਆਂ ਉਹਨਾਂ ਨੂੰ ਇਸ ਪ੍ਰਕਾਰ ਆਤਮਿਕ ਗੱਲਾਂ ਮਿਲੀਆਂ, ਫਿਰ ਉਹਨਾਂ ਨੇ ਉਹਦੇ 'ਚ ਲਿਖੀਆਂ ਨੇ। ਕਹਿੰਦਾ ਕਿ ਜਿੰਨਾ ਕਿ ਮੈਨੂੰ ਪ੍ਰਾਪਤੀ ਹੋਈ ਹੈ ਤੇ ਜਿੱਦਾਂ ਮੈਨੂੰ ਭਟਕਣਾ ਪਿਆ, ਜਗਿਆਸੂ ਨੂੰ ਭਟਕਣਾ ਨਾ ਪਵੇ। ਜੋ ਇਹਨਾਂ ਨੂੰ ਪੜ੍ਹ ਲੈਣਗੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਉਹ ਜਿਹੜਾ ਹੈ ਗਿਆਨ ਮਿਲ ਜਾਏਗਾ। ਤੋ ਇਸ ਤਰੀਕੇ ਨਾਲ ਕਹਿੰਦੇ ਵੀ ਜਿਹੜੇ ਰਜੋਗੁਣੀ ਸੁਭਾਅ ਪੱਤਰਿਆਂ ਵਾਲੇ ਦੀ ਨਿਆਈ ਹਨ, ਉਹਨਾਂ ਕੋਲੋਂ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਅੰਧੇ ਕੋ ਮਗ ਮੋਤੀ ਜੈਸੇ। ਉਹ ਤਾਂ ਇਉਂ ਸਮਝੋ ਜਿਵੇਂ ਬੰਦੇ ਦੇ ਨਿਗਾਹ ਨਾ ਹੋਵੇ, ਅੰਧਾ ਹੋਵੇ ਤੇ ਮਾਰਗ ਮੋਤੀ ਮੀਥਰੇ ਅੰਧਾ ਨਿਕਸਿਓ ਆਏ। ਜੇ ਕੋਈ ਅੰਨਾ ਆਦਮੀ ਤੇ ਭਾਵੇਂ ਮੋਤੀ ਖਿਲਰੇ ਹੁਣ ਰਾਹ ਦੇ ਵਿੱਚ ਤੇ ਪੈਰਾਂ ਵਿੱਚ ਚੁੱਭੇ, ਕਹੀਂ ਪਤਾ ਨਹੀਂ ਕੰਡੇ ਕਿੱਥੋਂ ਲੱਗਦੇ, ਉਹਨੇ ਕਰ ਦੇਖ ਵੀ ਸੁੱਚੇ ਮੋਤੀ ਹੈ, ਇਉਂ ਸਮਝੋ। ਪੁਸ਼ਪ ਸਮਾਨ ਸਾਤ ਕੀ ਜੇਈ। ਹੁਣ ਤੀਸਰੀ ਗੱਲ, ਜਿਹੜੇ ਫੁੱਲਾਂ ਦੀ ਨਿਆਈ, ਸੋ ਕਹਿੰਦੇ ਫੁੱਲਾਂ 'ਚੋਂ ਬੀਜ ਨਹੀਂ ਮਿਲਦਾ। ਕਹਿੰਦੇ ਜਿਹੜੇ ਸਤੋ ਗੁਣੀ ਸ਼ਾਂਤ ਕੀ ਸੁਭਾਅ ਵਾਲੇ ਹਨ, ਜੋ ਮధుਰ ਬਚਨ ਗਦ ਧਾਰਹਿ ਤੇਈ। ਇਸ ਪ੍ਰਕਾਰ ਉਹਨਾਂ ਦੇ ਬਚਨ ਮਿੱਠੇ ਹੁੰਦੇ ਨੇ। ਇਸ ਪ੍ਰਕਾਰ ਸੁਭਾਅ ਸ਼ਾਂਤ ਕੀ ਹੁੰਦਾ ਹੈ, ਮਿੱਠੇ ਬਚਨ ਬੋਲਦੇ ਹਨ। ਤਿੰਨ ਤੇ ਕੁਸ਼ਕ ਹੋਤ ਸੁਧਕਾਰ। ਕਹਿੰਦੇ ਉਹਨਾਂ ਕੋਲੋਂ ਥੋੜ੍ਹਾ ਬਹੁਤਾ ਕੰਮ ਸੁੱਧ ਹੋ ਜਾਂਦਾ ਹੈ। ਵਾਹਿਗੁਰੂ ਪਰਮੇਸ਼ਰ ਦਾ ਕੁਛ ਗਿਆਨ, ਕੁਛ ਮਨ ਨੂੰ ਟਿਕਾ, ਸ਼ਾਂਤੀ, ਇਹੋ ਜਿਹਾ ਤਾਂ ਕੁਛ ਪ੍ਰਾਪਤੀ ਹੋ ਜਾਂਦੀ ਹੈ। ਨਹਿ ਪਾਇਤ ਹੈ ਪ੍ਰਭੂ ਅਪਾਰਾ। ਪਰ ਪਾਰਾਵਾਰ ਤੋਂ ਪਰਮੇਸ਼ਵਰ ਦੀ ਪ੍ਰਾਪਤੀ ਸਤੋਗੁਣੀ ਵੀ ਨਹੀਂ ਕਰ ਸਕਦੇ। ਪ੍ਰਾਪਤੀ ਉਹਨਾਂ ਦੇ ਤਾਈਂ ਵੀ ਨਹੀਂ ਹੁੰਦੀ ਆ। ਗਿਆਨੀ ਹੈ ਫਲ ਕੇ ਰਸਮਾਨਾ। ਪਰ ਜਿਹੜੇ ਬ੍ਰਹਮ ਗਿਆਨੀ ਨੇ, ਕਹਿੰਦੇ ਉਹ ਨੇ ਜਿਵੇਂ ਦਰਖਤ ਨੂੰ ਫਲ ਲੱਗਿਆ ਹੁੰਦਾ ਹੈ, ਇਵੇਂ ਸੰਸਾਰ ਨੂੰ ਮਹਾਰਾਜ ਨੇ ਇੱਕ ਬ੍ਰਿਕਸ਼ ਕਿਹਾ ਹੈ, ਸੰਸਾਰ ਰੂਪ ਬ੍ਰਿਕਸ਼ ਨੂੰ। ਸੋ ਇਸ ਪ੍ਰਕਾਰ ਬ੍ਰਹਮ ਗਿਆਨੀ ਨੂੰ ਫਲ ਲੱਗੇ ਨੇ ਜਿਹੜੇ ਬੀਜ ਰੂਪ ਤਹਿ ਪ੍ਰਭੂ ਮਿਲਾਨਾ। ਤਾਂ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਤਤ ਬੇਤਿਆਂ ਦੀ ਸੰਗਤ ਵਿੱਚ ਜਾਏ, ਉਹਨਾਂ ਮਹਾਂਪੁਰਖਾਂ ਦੇ ਕੋਲੋਂ ਜਾ ਕੇ ਜੇ ਉਸ ਪ੍ਰਕਾਰ ਬੀਜ ਦੀਆਂ ਭਾਲ ਕਰੇ ਪਰਮੇਸ਼ਵਰ ਦੀ, ਤਾਂ ਕਹਿੰਦੇ ਉਹਨਾਂ ਨਾਲ ਮਿਲ ਕਰਕੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਆ। ਅਪਰ ਸਥਾਨ ਸੋ ਪਾਵਤ ਨਾਹੀ। ਤੇ ਬਾਕੀ ਹੋਰ ਕਿਸੇ ਥਾਂ ਤੋਂ ਜੇ ਕਹੇ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਪਿਤਾ ਜੀ। ਬਸ ਹੈ ਸਦਾ ਸਤ ਸੰਗਤ ਮਾਹੀ। ਇਸ ਲਈ ਜਿਹੜੇ ਜਗਿਆਸੂ ਸਦਾ ਹੀ ਗੁਰੂ ਦੀ ਸੰਗਤ ਕਰਦੇ ਹਨ। ਹੇ ਪਿਤ ਇੱਕ ਪਰਮਾਤਮ ਸਾਰੇ। ਇਹ ਪਿਤਾ ਜੀ ਦੇਖੋ, ਉਹਨਾਂ ਨੂੰ ਸਤਸੰਗੀਆਂ ਨੂੰ ਜਦੋਂ ਮੇਰੇ ਸਤਿਗੁਰੂ ਦੀ ਬਖਸ਼ਿਸ਼ ਮਿਲਦੀ ਹੈ, ਸਾਰੇ ਪਾਸੇ ਉਹਨੇ ਫਿਰ ਵਾਹਿਗੁਰੂ ਪਰਮੇਸ਼ਰ ਦਿਸਦਾ ਹੈ। ਅਵਸਥਾ ਬਣਦੀ ਜਦੋਂ ਰਾਗ ਦਵੈਖ ਕਿਉਂ ਕਰਹੁ ਵਿਚਾਰੇ। ਤੇ ਫਿਰ ਦੱਸੋ ਉਹ ਰਾਗ ਦਵੈਖ, ਈਰਖਾ ਤੇ ਮੋਹ ਦੀ ਵਿਚਾਰ ਕਿਉਂ ਕਰਨਗੇ, ਜਿਹਨਾਂ ਨੂੰ ਵਾਹਿਗੁਰੂ ਦਾ ਆਨੰਦ ਮਿਲ ਜਾਂਦਾ ਹੈ। ਅਪਰ ਕਲਪਨਾ ਤੇ ਮਨ ਰੋਕੋ। ਇਸ ਵਾਸਤੇ ਬਾਕੀ ਦੀਆਂ ਸਾਰੀਆਂ ਕਲਪਨਾ ਕਰਨੀਆਂ ਤੋਂ ਮਨ ਨੂੰ ਰੋਕ ਦਿਓ। ਸਰਬ ਸਥਾਨ ਏਕ ਅਵਲੋਕੋ। ਤੇ ਸਾਰੇ ਪਾਸੇ ਜੈ ਜੈ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਜਥਨ ਮਹੀਲ ਪੂਰਿਆ ਸਵਾਮੀ ਸੱਜਣਹਾਰ। ਜਿੱਥੇ ਕਿੱਥੇ ਵਾਹਿਗੁਰੂ ਪਰਮੇਸ਼ਵਰ ਦਾ ਸਰੂਪ ਤੱਕੋ। ਜਗਤ ਮੋਹਨੀ ਜੋ ਇਹ ਮਾਇਆ। ਇਹ ਜੋ ਸੰਸਾਰ ਨੂੰ ਮੋਹ ਲੈਣ ਵਾਲੀ ਜੀ ਮਾਇਆ ਹੈ ਸੰਸਾਰ ਦੀ, ਇਸ ਵਿਦ ਜਾਨੁ ਜਿਉ ਤਨ ਛਾਇਆ। ਇਹ ਤਾਂ ਇਉਂ ਸਮਝੋ ਜਿਵੇਂ ਸਰੀਰ ਦਾ ਪਰਛਾਵਾਂ ਹੁੰਦਾ। ਇਹ ਮਾਇਆ ਪਰਛਾਵਾਂ ਹੀ ਆ, ਇਸ ਪਰ ਪਰਮੇਸ਼ਵਰ ਨੇ ਅਕਸ਼ ਪਾਇਆ ਹੋਇਆ ਹੈ। ਸ੍ਰੀ ਕਰਤਾਰ ਸੁਭਾਨ ਸਮਾਨਾ। ਕਹਿੰਦੇ ਸ਼੍ਰੋਮਣੀ ਕਰਤਾਰ ਵਾਹਿਗੁਰੂ ਪਰਮੇਸ਼ਰ ਜੋ ਹੈ, ਉਹ ਹੈ ਸੂਰਜ ਦੀ ਨਿਆਈ। ਜਬ ਇਹ ਨਰ ਸਨਮੁਖ ਤੇ ਪਿਆਨਾ। ਜਦੋਂ ਪਰਮੇਸ਼ਰ ਰੂਪ ਸੂਰਜ ਦੇ ਸਨਮੁਖ ਬੰਦਾ ਜਾਂਦਾ ਹੈ, ਵਾਹਿਗੁਰੂ ਨੂੰ ਸਨਮੁਖ ਰੱਖ ਕੇ ਤੁਰਦਾ ਹੈ, ਤਾਂ ਛਾਇਆ ਸਮ ਤੇ ਪਿੱਛੇ ਲਾਗੀ। ਜਿਵੇਂ ਜਿਹੜਾ ਆਦਮੀ ਸੂਰਜ ਵੱਲ ਮੂੰਹ ਚੜ੍ਹਦੇ ਨੂੰ ਕਰਕੇ ਤੁਰੂਗਾ, ਪਰਛਾਵਾਂ ਪਿੱਛੇ ਪਿੱਛੇ ਜਾਊਗਾ। ਜਿਹੜਾ ਵਾਹਿਗੁਰੂ ਪਰਮੇਸ਼ਰ ਵੱਲ ਨੂੰ ਮੁੱਖ ਰੱਖ ਕੇ ਤੁਰੇ, ਹਰ ਵੇਲੇ ਸਿਮਰਨ ਕਰਨਾ, ਵਾਹਿਗੁਰੂ ਨੂੰ ਯਾਦ ਕਰਨਾ, ਮਾਇਆ ਪਿੱਛੇ ਪਿੱਛੇ ਹੁੰਦੀ ਉਹਦੇ। ਪੁਨ ਨਾ ਆਦਰੈ ਰਹਿ ਅਨਰਾਗੀ। ਇਸ ਵਾਸਤੇ ਉਹ ਫਿਰ ਮਾਇਆ ਦਾ ਸਤਿਕਾਰ ਨਹੀਂ ਕਰਦਾ, ਪਰਮੇਸ਼ਵਰ ਦੇ ਪ੍ਰੇਮ ਵਿੱਚ ਰਹਿੰਦਾ, ਵਿਰਾਗ ਵਿੱਚ ਰਹਿੰਦਾ ਉਹ। ਹਰ ਤੇ ਪੀਠ ਜੋ ਫੇਰ ਪਿਆਨਾ। ਪਰ ਜਿਹੜੇ ਕੋਈ ਜਿਵੇਂ ਸੂਰਜ ਵੱਲ ਪਿੱਠ ਕਰਕੇ ਕੋਈ ਤੁਰਦਾ, ਪਰਛਾਵਾਂ ਮੂਹਰੇ ਹੋਵੇਗਾ। ਜਿਹੜਾ ਵਾਹਿਗੁਰੂ ਪਰਮੇਸ਼ਵਰ ਤੋਂ ਬੇਮੁਖ ਹੈ, ਜੋ ਪਰਮੇਸ਼ਵਰ ਦੇ ਵੱਲ ਮੂੰਹ ਨਹੀਂ ਕਰਦਾ ਹੈ। ਮਾਇਆ ਗਹਿਨ ਚਹੇ ਨਰ ਆਨਾ। ਤੇ ਅਣਜਾਣ ਬੰਦਾ ਚਾਹੁੰਦਾ ਕਿ ਮੈਂ ਮਾਇਆ ਇਕੱਠੀ ਕਰ ਲਵਾਂ, ਰੱਬ ਨੂੰ ਨਾ ਮੰਨਾਂ। ਤਬ ਛਾਇਆ ਸਮ ਆਗੇ ਧਾਈ। ਤੇ ਹੁਣ ਪਰਛਾਵੇਂ ਨੂੰ ਕਿੱਦਾਂ ਫੜ ਲਊਗਾ? ਜਿੰਨਾ ਤੁਰੇਗਾ ਉਹਨਾਂ ਹੀ ਪਰਛਾਵਾਂ ਅੱਗੇ ਤੁਰਿਆ ਜਾਂਦਾ ਹੈ। ਇਉਂ ਜਿਹੜੇ ਲੋਕ ਬੇਮੁਖ ਨੇ, ਵਾਹਿਗੁਰੂ ਮਾਇਆ ਦੇ ਮਗਰ ਭੱਜੇ ਫਿਰਦੇ ਹਨ, ਹੱਥ ਆਉਂਦੀ ਨਹੀਂ ਹੈ, ਉਹਦੇ ਲਈ ਪਾਪ ਆਦਿ ਕਮਾਉਂਦੇ ਹਨ। ਕਰੇ ਯਤਨ ਬਹੁ ਕਰ ਨਹਿ ਆਈ। ਬਥੇਰੇ ਯਤਨ ਕਰਦੇ ਨੇ, ਜੇ ਕੁਝ ਇਕੱਠੀ ਹੁੰਦੀ ਵੀ ਆ, ਕੋਈ ਪੁਰਾਣੀ ਕਰ ਵੀ ਲੈਂਦੇ ਨੇ, ਉਹਨਾਂ ਨਾਲ ਛਲ ਧੋਖਾ ਹੋਵੇਗਾ।
ਕਿਉਂਕਿ ਮਾਇਆ ਦਾ ਸੁਭਾਅ ਹੀ ਐਸਾ ਹੈ। ਜਾਂ ਤੇ ਸਭ ਕੋ ਜੋ ਹੈ ਮੂਲਾ। ਇਸ ਵਾਸਤੇ ਹੈ ਪਿਤਾ ਜੀ, ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ ਗਿਆਨ ਦਿੰਦੇ ਨੇ, ਜੋ ਸਾਰਿਆਂ ਦਾ ਹੀ ਮੁੱਢ ਰੂਪ ਹੈ ਵਾਹਿਗੁਰੂ। ਸਿਮਰਹੁ ਪ੍ਰਭੂ ਹੋਏ ਅਨਕੂਲਾ। ਪਰਮੇਸ਼ਵਰ ਦੇ ਅਨੁਸਾਰੀ ਹੋ ਕਰਕੇ ਉਸ ਮਾਲਕ ਵਾਹਿਗੁਰੂ ਪਰਮੇਸ਼ਵਰ ਜੀ ਦਾ ਸਿਮਰਨ ਕਰਿਆ ਕਰੋ। ਬਚਨਨ ਕੀ ਰਚਨਾ ਸੁਨ ਕਾਲੂ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਐਸੇ ਸੁੰਦਰ ਗਿਆਨ ਦੇ ਪਰਮੇਸ਼ਵਰ ਨੂੰ ਸਮਝਾਉਣ ਦੇ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਰਵਣ ਕੀਤੇ ਪਿਤਾ ਜੀ ਨੇ, ਤਜੇ ਬਾਰ ਇੱਕ ਜਗਤ ਜੰਜਾਲੂ। ਤਾਂ ਜਿਹਨੇ ਸਮਝ ਆ ਗਈ, ਸਭ ਜੰਜਾਲ ਛੱਡ ਦਿੱਤੇ ਦੁਨੀਆ ਦੇ। ਕਹਿੰਦੇ ਧੰਦਿਆਂ ਦੇ ਵਿੱਚ ਫਸ ਕਰਕੇ ਤੇ ਬੰਦਾ ਪਰਮੇਸ਼ਵਰ ਤੋਂ ਦੂਰ ਜਾਂਦਾ ਹੈ। ਸੋ ਇੱਕਦਮ ਜੀਵਨ ਵਿੱਚ ਪਰਿਵਰਤਨ ਆ ਗਿਆ ਹੈ। ਨਿਰਮਲ ਮਨ ਹੋਵੇ ਸਿਮਰਨ ਲਾਗਾ। ਹੁਣ ਮਨ ਸ਼ੁੱਧ ਹੋ ਗਿਆ, ਗੁਰੂ ਦੀ ਕਿਰਪਾ ਹੋ ਗਈ, ਮਨ ਨਿਰਮਲ ਹੋ ਗਿਆ ਤੇ ਸਿਮਰਨ ਵਿੱਚ ਜੁੜ ਗਏ ਹਨ। ਉਪਜਿਓ ਗਿਆਨ ਮੋਹ ਤਮ ਭਾਗਾ। ਮੋਹ ਦਾ ਹਨੇਰਾ ਸਾਰਾ ਭੱਜ ਗਿਆ ਹੈ, ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਨਿਸ ਬਾਸੁਰ ਹਰ ਸੋ ਲਿਵ ਲਾਗੀ। ਹੁਣ ਦਿਨੇ ਰਾਤ ਹਰੀ ਵਾਹਿਗੁਰੂ ਪਰਮੇਸ਼ਰ ਵਿੱਚ ਲਿਵ ਜੁੜ ਗਈ ਹੈ, ਦਿਨੇ ਰਾਤ ਸਿਮਰਨ ਵਿੱਚ ਸੁਰਤ ਲੱਗੀ ਰਹਿੰਦੀ ਹੈ। ਹਿਰਦੇ ਦਵੈਤ ਜੇਤੀ ਸਭ ਭਾਗੀ। ਜੋ ਦੂਜਾਪਨ ਸੀ, ਦੁਐਤ ਸੀ ਮਨ ਵਿੱਚ, ਉਹ ਸਾਰੀ ਹਿਰਦੇ ਵਿੱਚੋਂ ਦੂਰ ਹੋ ਗਈ। ਹੁਣ ਸਭ ਪਾਸੇ ਸਭ ਆਪਣੇ ਹੀ ਦਿਸਦੇ ਨੇ, ਬੇਗਾਨਾ ਕੋਈ ਦਿਸਦਾ ਨਹੀਂ, ਨਾ ਕੋ ਬੈਰੀ ਨਾ ਹੀ ਬੇਗਾਨਾ। ਏਕ ਲਖਿਓ ਪਰਮਾਤਮ ਸਾਰੇ। ਤੇ ਸਾਰੇ ਪਾਸੇ ਇੱਕੋ ਇੱਕ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਨੂੰ ਕਹਿੰਦੇ ਫਿਰ ਜਾਣ ਲਿਆ। ਐਸੀ ਮੇਰੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ। ਅਨਕ ਕਲਪਨਾ ਕੀਨ ਨਿਵਾਰੇ। ਅਨੇਕ ਪ੍ਰਕਾਰ ਦੀ ਜਿਹੜੀ ਕਲਪਨਾ ਸੀ ਮਨ ਸਾਰੀ ਨਿਵਰਤ ਕਰਤੀ ਸਤਿਗੁਰਾਂ ਨੇ। ਜਿਉ ਸਰਾਫ ਭੂਖਨ ਮਤ ਤਿਆਗੇ। ਕਹਿੰਦੇ ਜਿਸ ਤਰੀਕੇ ਦੇ ਨਾਲ ਸੋ ਜਿਹੜਾ ਸਰਾਫ ਹੈ ਸੁਨਿਆਰਾ, ਉਹਦੇ ਕੋਲ ਕੋਈ ਗਹਿਣੇ ਲੈ ਜਾਵੇ ਤੇ ਜਾਂ ਆਪਣੇ ਸੋਨੇ ਦੇ ਗਹਿਣੇ ਲਿਜਾਵੇ ਤਾਂ ਉਹ ਕੀ ਤੱਕਦਾ ਹੈ? ਉਹ ਜਿਸ ਵੇਲੇ ਤੱਕਦਾ ਹੈ ਸੋਨੇ ਨੂੰ ਤਾਂ ਮੋਲ ਲੇਤ ਕੰਚਨ ਹਿਤ ਪਾਗੇ। ਉਹ ਪ੍ਰੇਮ ਦੇ ਸਹਿਤ ਦੇਖਦਾ ਵੀ ਸੋਨਾ ਕਿੰਨਾ ਹੈ, ਉਹ ਸੋਨੇ ਦਾ ਮੁੱਲ ਲੈਂਦਾ ਹੈ। ਇਸ ਪ੍ਰਕਾਰ ਮਹਾਂਪੁਰਖ ਇੱਥੇ ਪ੍ਰਮਾਣ ਦਿਆ ਕਰਦੇ, ਕਹਿੰਦੇ ਕੋਈ ਪ੍ਰਾਣੀ ਸੀ ਤੇ ਉਸ ਨੇ ਇਸ ਪ੍ਰਕਾਰ ਗਣੇਸ਼ ਦੀ ਮੂਰਤੀ ਰੱਖੀ ਸੀ ਪੂਜਾ ਵਾਸਤੇ, ਉਹ ਸੀ ਸੋਨੇ ਦੀ। ਤੇ ਜਿਹੜਾ ਗਣੇਸ਼ ਹੈ ਉਸ ਦਾ ਵਾਹਨ ਸਵਾਰੀ ਉਹ ਚੂਹੇ ਦੀ ਕਰਦਾ ਹੈ। ਤੋ ਸੋਨੇ ਦਾ ਚੂਹਾ ਬਣਾ ਕੇ ਉਹਦੇ ਤੇ ਸਵਾਰੀ ਗਣੇਸ਼ ਦੀ ਕੀਤੀ ਹੋਈ ਸੀ। ਕਿਤੇ ਜੀਵਨ ਵਿੱਚ ਲੋੜ ਪੈ ਗਈ ਤੇ ਸੁਨਿਆਰੇ ਕੋਲ ਚਲਾ ਗਿਆ। ਅੱਗੇ ਤੇ ਨਿਤ ਪੂਜਾ ਕਰਦਾ ਸੀ, ਜਿਸ ਵੇਲੇ ਕੋਈ ਗਰੀਬੀ ਛਾ ਗਈ ਸੋਚਿਆ ਵੀ ਚਲੋ ਸੋਨਾ ਹੈਗਾ, ਆਪਾਂ ਸੁਨਿਆਰੇ ਨੂੰ ਗਹਿਣੇ ਰੱਖ ਦੀ ਜਾਂ ਵੇਚ ਦਈਏ ਤੇ ਆਪਣਾ ਗੁਜ਼ਾਰਾ ਕਰੀਏ। ਕਹਿੰਦੇ ਜਦੋਂ ਸੋਨੇ ਕੋਲ ਆਪਣਾ ਗਿਆ ਸੁਨਿਆਰੇ ਦੇ ਕੋਲ, ਉਹਨੂੰ ਜਾ ਕੇ ਕਹਿਣ ਲੱਗਾ ਜੀ ਆ ਮੇਰਾ ਸੋ ਇਸ਼ਟ ਦਾ ਹੈ ਤੇ ਮੈਨੂੰ ਲੋੜ ਹੈ ਤੇ ਇਹ ਸੋਨਾ ਹੈ, ਸੋਨੇ ਦੇ ਤੇ ਤੁਸੀਂ ਇਹਨੂੰ ਲੈ ਲਓ ਤੇ ਮੈਨੂੰ ਪੈਸੇ ਦੇ। ਸੁਨਿਆਰੇ ਨੇ ਕੀ ਕੀਤਾ, ਜਿਸ ਨੇ ਚੂਹਾ ਤੋਲਿਆ ਤੇ ਉਹਦਾ ਮੁੱਲ ਜ਼ਿਆਦਾ, ਗਣੇਸ਼ ਦੀ ਮੂਰਤੀ ਤੋਲੀ ਤੇ ਉਹਦਾ ਘੱਟ। ਤੇ ਉਹ ਕਹਿੰਦਾ ਵੀ ਲੈ ਵੀ ਇਸ ਮੂਰਤੀ ਦਾ ਤੇ ਇੰਨੇ ਤੇ ਦੇ। ਉਹ ਕਹੇ ਜੀ ਦੇਖੋ ਚੂਹਾ ਤੇ ਸਵਾਰੀ ਹੈ ਤੇ ਗਣੇਸ਼ ਤਾਂ ਭਗਵਾਨ ਹੈ, ਤੁਸੀਂ ਭਗਵਾਨ ਦਾ ਮੁੱਲ ਘੱਟ ਪਾਉਂਦੇ ਆ। ਉਹ ਕਹਿਣ ਲੱਗਾ ਸੁਨਿਆਰਾ ਦੇਖ ਤੇਰੀ ਦ੍ਰਿਸ਼ਟੀ ਦੇ ਵਿੱਚ ਇਹ ਭਗਵਾਨ ਆ ਤੇ ਵਾਹਨ, ਪਰ ਮੇਰੀ ਦ੍ਰਿਸ਼ਟੀ ਵਿੱਚ ਐਸਾ ਨਹੀਂ, ਮੇਰੀ ਵਿੱਚ ਸੋਨਾ ਕਿੰਨਾ, ਮੈਂ ਤੇ ਸੋਨੇ ਦਾ ਗਾਹਕ ਹਾਂ। ਭਾਵ ਸੁਨਿਆਰਾ ਜਿਹੜਾ ਹੈ ਉਹ ਗਹਿਣਿਆਂ ਨੂੰ ਨਹੀਂ ਤੱਕਦਾ, ਉਹਦੇ ਵਿੱਚ ਦੇਖਦਾ ਕਿਸੇ ਗਹਿਣੇ ਵਿੱਚ ਸੋਨਾ ਕਿੰਨਾ ਹੈ। ਤੇ ਮਹਾਰਾਜ ਇਹ ਗੱਲ ਸਮਝਾ ਰਹੇ ਹਨ। ਕਿਤਕ ਕਾਲ ਇਸ ਰੀਤ ਬਿਤਾਵਾ। ਤੋ ਮਹਾਰਾਜ ਕਹਿਣ ਲੱਗੇ ਵੀ ਇਉਂ ਤੁਸੀਂ ਇਹ ਨਹੀਂ ਦੇਖਣਾ ਵੀ ਕੋਈ ਸ਼ਾਹੂਕਾਰ ਨੇ, ਕੋਈ ਗਰੀਬ ਲੋਕ ਨੇ, ਇਉਂ ਨਹੀਂ ਦੇਖਣਾ ਗਹਿਣਿਆਂ ਵਾਂਗ। ਤੁਸੀਂ ਤੱਕਣਾ ਸੋਨੇ ਦੀ ਨਿਆਈ, ਪਰਮੇਸ਼ਰ ਦੀ ਜੋਤ ਸਾਰਿਆਂ ਵਿੱਚ ਹੈ, ਬੋਲਦੇ ਨੇ ਚੱਲਦੇ ਫਿਰਦੇ ਇਹ ਸਭ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ, ਇਉਂ ਜਾਣਨਾ ਹੈ। ਸਮਾ ਸਰਾਧ ਕਰਨ ਕੋ ਆਵਾ। ਤਾਂ ਜਿਸ ਵੇਲੇ ਇਉਂ ਮੇਰੇ ਸਤਿਗੁਰੂ ਪਾਤਸ਼ਾਹ ਨੇ ਗਿਆਨ ਬਖਸ਼ਿਆ ਤਾਂ ਪਿਤਾ ਜੀ ਦਾ ਹੁਣ ਸੋ ਪੁਰਾਣੀਆਂ ਰਵਾਇਤਾਂ ਸਨ, ਸਰਾਧ ਦਾ ਸਮਾਂ ਆ ਗਿਆ। ਸਰਬ ਸੋਜ ਕਾਲੂ ਅਨਵਾਈ। ਸਤਿਗੁਰਾਂ ਦੇ ਪਿਤਾ ਜੀ ਨੇ ਸਭ ਸਮੱਗਰੀ ਇਕੱਠੀ ਕੀਤੀ ਹੈ ਆਪਣੇ ਪਿਤਰਾਂ ਦਾ ਸਰਾਧ ਕਰਨ ਵਾਸਤੇ। ਰੀਤ ਸਰਾਧ ਕਰਨੇ ਬਨਵਾਈ। ਤੋ ਸਾਰੀ ਤਿਆਰੀ ਕਰ ਲਈ ਸਰਾਧ ਕਰਨ ਵਾਸਤੇ। ਭੋਜਨ ਕਰਿਓ ਦਿਜਨ ਕੇ ਹੇਤਾ। ਤੋ ਪੰਡਤਾਂ ਬ੍ਰਾਹਮਣਾਂ ਨੂੰ ਭੋਜਨ ਖਵਾਉਣ ਵਾਸਤੇ ਤਿਆਰੀ ਕੀਤੀ ਹੈ। ਭੀਰ ਭੂਰ ਭਰ ਰਹੀ ਨਕੇਤਾ। ਹੁਣ ਜਿਸ ਵੇਲੇ ਸ਼ਰਾਧ ਹੋਇਆ
ਬੜੀ ਭੀੜ ਹੈ ਲੋਕਾਂ ਦੀ, ਬੜਾ ਲੰਗਰ ਛਕਦੇ ਨੇ। ਪੰਡਤ ਇੱਕ ਬੁਲਾਏ ਤਿਹ ਕਾਲਾ, ਇੱਕ ਪ੍ਰੋਹਤ ਨੂੰ ਬੁਲਾਇਆ ਪੰਡਤ ਜੀ ਨੂੰ। ਬੈਠਿਓ ਕਰਨ ਸਰਾਧ ਵਿਸਾਲਾ। ਉਹ ਸਾਰੀ ਮਰਜ਼ਾਦਾ ਕਰਾਉਣ ਵਾਸਤੇ ਧਰਮੀ ਪੁਰਸ਼ ਬਿਠਾ ਲਿਆ ਕਿ ਪ੍ਰੋਹਤ ਜੀ ਸਾਡਾ ਇਹ ਸਰਾਧ ਕਰਵਾ ਦਿਓ। ਤਬ ਚਲ ਸਹਿਜ ਸੁਭਾਇਕ ਆਏ, ਧੰਨ ਮੇਰੇ ਸਤਿਗੁਰੂ ਜੀ ਸੁਦੇ ਸੁਭਾਈ ਚੱਲ ਕੇ ਉੱਥੇ ਆ ਗਏ ਹਨ। ਜੇ ਬੇਦੀ ਕੁਲ ਭਾਨ ਸੁਹਾਏ। ਬੇਦੀ ਕੁਲ ਦੇ ਸੂਰਜ ਰੂਪ ਸੋਭਨੀ ਗੁਰੂ ਨਾਨਕ ਸਾਹਿਬ ਜੀ ਉੱਥੇ ਆ ਗਏ, ਜਿੱਥੇ ਪਿਤਾ ਜੀ ਬ੍ਰਾਹਮਣ ਨੂੰ ਬਿਠਾ ਕਰਕੇ ਜੋ ਵੀ ਪੂਜਾ ਦੀ ਸਮੱਗਰੀ ਰੱਖ ਕੇ ਸਰਾਧ ਕਰਵਾ ਰਹੇ ਸਨ। ਪਿਤ ਕੇ ਨਿਕਟ ਬੈਠ ਸੁਖ ਧਾਮਾ, ਸੁੱਖਾਂ ਦੇ ਘਰ ਮੇਰੇ ਗੁਰੂ ਨਾਨਕ ਸਾਹਿਬ ਜੀ ਪਿਤਾ ਜੀ ਦੇ ਕੋਲ ਬੈਠ ਗਏ ਸਤਕਾਰ ਸਹਿਤ। ਬਚਨ ਭਨੇ ਤਿਹ ਛਿਨ ਅਬਰਾਮਾ। ਬੜੇ ਸੁੰਦਰ ਬਚਨ ਕੀਤੇ ਹਨ ਪਿਤਾ ਜੀ ਦੇ ਨਾਲ। ਪਰਚੇ ਕੌਣ ਕਾਜ ਮਹਤਾਤਾ, ਤੋ ਪਿਤਾ ਜੀ ਅੱਜ ਕਿਹੜੇ ਕੰਮ ਵਿੱਚ ਤੁਸੀਂ ਪਰਚੇ ਹੋਏ ਹੋ? ਬੜੀ ਰੁਚੀ ਨਾਲ ਕਿਹੜਾ ਕੰਮ ਕਰ ਰਹੇ ਹੋ ਤੁਸੀਂ? ਭੀਰ ਅਜਰ ਕਹੀਏ ਬਿਰਤਾਤਾ। ਤਾਂ ਜੋ ਅੱਜ ਸਾਡੇ ਵਿਹੜੇ ਵਿੱਚ ਬਹੁਤ ਭੀੜ ਹੈ, ਇਹ ਪਿਤਾ ਜੀ ਕਾਹਦੀ ਕਿਉਂ ਲੋਕ ਇਕੱਠੇ ਕੀਤੇ ਨੇ ਇਤਨੇ? ਸੁਨ ਕਰ ਕਾਲੂ ਬਚਨ ਉਚਾਰੇ, ਤੋ ਸਤਿਗੁਰਾਂ ਦੇ ਪਿਤਾ ਜੀ ਬਚਨ ਕਰਦੇ ਹਨ। ਪਿਤਰਨ ਕੇਰ ਸ਼ਰਾਧ ਹਮਾਰੇ। ਤੇ ਦੇਖੋ ਪੁੱਤਰ ਜੀ, ਵੱਡਿਆਂ ਬਜ਼ੁਰਗਾਂ ਦੇ ਨਾਂ ਤੇ ਸ਼ਰਾਧ ਕਰੀਦਾ ਹੈ। ਸਾਡੇ ਪਿਤਰਾਂ ਦਾ ਸ਼ਰਾਧ ਦਾ ਦਿਨ ਹੈ ਅੱਜ। ਦਿਵਸ ਆਜ ਕੇ ਕਰਹਿ ਸਦਾਈ। ਅਸੀਂ ਸਦਾ ਹੀ ਕਹਿੰਦੇ ਹਰ ਸਾਲ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਅੱਸੂ ਦੇ ਮਹੀਨੇ ਚ ਉਤਰਦੇ ਸ਼ਰਾਧ, ਇਸ ਪ੍ਰਕਾਰ ਕਹਿੰਦੇ ਅਸੀਂ ਸ਼ਰਾਧ ਕਰਦੇ ਹਾਂ ਹਰ ਸਾਲ। ਇਹ ਸੁਭ ਰੀਤ ਸਰਤੀ ਨ ਗਾਈ। ਸੁਰਤੀ ਕਹਿੰਦੇ ਨੇ ਇਸ ਪਰ ਵੇਦਾਂ ਦੇ ਵਿੱਚ, ਸੁਰਤੀ ਸ਼ਲੋਕ ਵੇਦ ਦੇ ਸ਼ਲੋਕਾਂ ਵਿੱਚ ਕਹਿੰਦੇ ਸਾਰੀ ਵਿਧੀ ਕਹੀ ਹੋਈ ਹੈ। ਉਸ ਵਿਧੀ ਅਨੁਸਾਰ, ਵੇਦਾਂ ਦੇ ਹੁਕਮ ਅਨੁਸਾਰ ਅਸੀਂ ਇਹ ਸ਼ਰਾਧ ਕਰਦੇ ਹਾਂ। ਏ ਪਿਤ ਸਤ ਬਚਨ ਤੁਮ ਮਾਨਹੁ। ਤੋ ਕਹਿੰਦੇ ਨੇ ਹੈ ਪਿਤਾ ਜੀ ਗੱਲ ਸੁਣ, ਸਤ ਬਚਨ ਕਰਕੇ ਮੰਨੋ ਤੁਸੀਂ। ਪੁੰਨਵਾਨ ਅਤਸੈ ਨਿਜ ਜਾਨਹੁ। ਤੁਸੀਂ ਆਪਣੇ ਆਪ ਨੂੰ ਵੱਡੇ ਪੁੰਨਾਂ ਵਾਲੇ ਸੋ ਸਮਝ ਲਵੋ। ਪਿਤਰ ਗਏ ਤੁਮਰੀ ਅਸ ਠੌਰੀ। ਤੁਹਾਡੇ ਪਿਤਰ ਤਾਂ ਇਹੋ ਜਿਹੇ ਥਾਂ ਤੇ ਚਲੇ ਗਏ ਹਨ, ਭੂਖ ਰੋ ਪਿਆਸ ਜਹਾਂ ਨਹਿ ਥੋਰੀ। ਨਾ ਤੇ ਉਹਨਾਂ ਨੂੰ ਕਿਤੇ ਭੁੱਖ ਹੈ ਤੇ ਨਾ ਥੋੜੀ ਮਾਤਰ ਕਿਤੇ ਪਿਆਸ ਲੱਗਦੀ, ਐਸੇ ਥਾਂ ਤੇ ਚਲੇ ਗਏ ਹਨ ਵੱਡੇ ਸਾਡੇ। ਨਾਹਿ ਸਰਾਧ ਕੀ ਕਰਤ ਉਡੀਕਾ। ਤੇ ਨਾ ਹੀ ਤੁਹਾਡੇ ਸਰਾਧ ਦੀ ਉਡੀਕ ਕਰਦੇ ਨੇ ਵੀ ਸਾਡੇ ਸੋ ਪਿਛਲੇ ਸਰਾਧ ਕਰਨਗੇ ਸਾਡੇ ਵਾਸਤੇ ਤਾਂ ਸਾਨੂੰ ਕਹਿੰਦੇ ਨੇ ਇਸ ਪਰ ਕੋਈ ਰੋਟੀ ਪਾਣੀ ਮਿਲੂਗਾ। ਕਹਿੰਦੇ ਉਹਨਾਂ ਨੂੰ ਕੋਈ ਐਸੀ ਲੋੜ ਨਹੀਂ ਹੈ। ਰਹਿਤ ਸਦੀਵ ਤਹਾਂ ਸੁਖ ਨੀਕਾ। ਜਿੱਥੇ ਹਨ ਬੜਾ ਸੁਖ ਮਾਣਦੇ ਨੇ, ਬੜੇ ਸੁਖੀ ਹੋ ਕੇ ਟਿਕੇ ਹੋਏ ਹਨ। ਜਿਨ ਕੇ ਪਿਤਰ ਅਸਨ ਜਲ ਚਾਹੀ। ਤੋ ਜਿਹਨਾਂ ਦੇ ਪਿਤਰ ਭੋਜਨ ਤੇ ਜਲ ਦੀ ਲੋੜ ਰੱਖਦੇ ਹਨ, ਕਰਨੋ ਸਰਾਧ ਤਿਨਹਿ ਕੋ ਆਹੀ। ਉਹਨਾਂ ਨੂੰ ਸਰਾਧ ਕਰਨੇ ਚਾਹੀਦੇ ਆ, ਤੁਹਾਨੂੰ ਲੋੜ ਕੀ ਹੈ? ਜਿਨ ਕੇ ਮਨ ਅਬਲਾਖਾ ਨਾਹੀ। ਜਿਹਨਾਂ ਦੇ ਪਿਤਰਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਹੈ ਤੇ ਕਾਹਦੇ ਵਾਸਤੇ ਕਰਨਾ ਹੈ? ਕਰੇ ਸਰਾਧ ਸੰਤਤ ਕਿਉ ਤਾਹੀ। ਉਹਨਾਂ ਦੀ ਸੰਤਨ ਔਲਾਦ ਜਿਹੜੀ ਹੈ ਉਹ ਕਾਹਦੇ ਵਾਸਤੇ ਸਰਾਧ ਕਰ ਜਦੋਂ ਉਹਨਾਂ ਦੇ ਵੱਡੇ ਤੇ ਮੰਗਦੇ ਹੀ ਨਹੀਂ ਹਨ। ਅਬ ਸਭ ਦਿਜ ਕੋ ਦੇਹੋ ਆਹਾਰਾ। ਠੀਕ ਹੈ, ਤੁਸੀਂ ਬੁਲਾਇਆ, ਸਭ ਭੋਜਨ ਛਕਾ ਦਿਓ ਪੰਡਤਾਂ ਬ੍ਰਾਹਮਣਾਂ ਨੂੰ, ਕਰਨੋ ਸਰਾਧ ਤਜਹੁ ਬਿਵਹਾਰਾ। ਪਰ ਸਰਾਧ ਕਰਨ ਵਾਲਾ ਕੰਮ ਛੱਡ ਦਿਓ, ਸਾਨੂੰ ਲੋੜ ਨਹੀਂ ਸ਼ਰਾਧ ਕਰਨ ਦੀ। ਕਾਲੂ ਕਹੇ ਬਿਨਾ ਚਖ ਦੇਖੇ। ਤੋ ਸਤਿਗੁਰਾਂ ਦੇ ਪਿਤਾ ਜੀ ਕਹਿੰਦੇ ਪੁੱਤਰ ਗੱਲ ਇਹ ਹੈ ਭਾਈ ਕਿੱਦਾਂ ਆਪਾਂ ਉਹ ਇੰਨੇ ਸਮੇਂ ਤੋਂ ਇਹੋ ਹੀ ਸਾਡੇ ਸੰਸਕਾਰ ਪੱਕੇ ਹੋਏ ਨੇ ਭਈ ਆਪਣੇ ਪਿਤਰਾਂ ਨੂੰ ਸ਼ਰਾਧ ਕਰਨਾ ਚਾਹੀਦਾ ਜੀ, ਉਹਨਾਂ ਨੂੰ ਭੋਜਨ ਪਹੁੰਚਦਾ, ਪੁੰਨਦਾਨ ਕਰਨਾ। ਤੇ ਜਿੰਨਾ ਚਿਰ ਮੈਂ ਅੱਖਾਂ ਨਾਲ ਨਾ ਵੇਖਾਂ ਕਿਸ ਤਰ੍ਹਾਂ ਮੰਨ ਲਵਾਂ ਕਿ ਸਾਡੇ ਬਜ਼ੁਰਗ ਕਿੱਥੇ ਹਨ, ਪਿਤਰ ਕਿੱਥੇ ਹਨ, ਕੈਸੇ ਸੁੱਖ ਵਿੱਚ ਹਨ। ਮੁਝੇ ਪ੍ਰਤੀਤ ਨਾ ਆਏ ਵਸੇਖੇ। ਵਿਸ਼ੇਸ਼ ਕਰਕੇ ਕਹਿੰਦੇ ਮੈਨੂੰ ਭਰੋਸਾ ਨਹੀਂ ਆਉਂਦਾ ਜਦ ਤੱਕ ਮੈਂ ਅੱਖਾਂ ਨਾਲ ਵੇਖ ਨਾ ਲਵਾਂ। ਇਸ ਪ੍ਰਕਾਰ ਕੀ ਸੁਧ ਜੋ ਸੁਨਾਵਹੁ। ਤੋ ਇਸ ਵਾਸਤੇ ਜਿਹੜੀ ਤੂੰ ਇਸ ਤਰ੍ਹਾਂ ਦੀ ਖਬਰ ਸਾਨੂੰ ਕਹਿ ਰਹੇ ਹੋ, ਸੁਣਾ ਰਹੇ ਹੋ, ਜਹ ਪਿਤਰ ਸੋ ਠੌਰ ਦਿਖਾਵਹੁ। ਫਿਰ ਠੀਕ ਹੈ। ਜੇ ਐਸੇ ਸੁੱਖ ਵਾਲੇ ਥਾਂ ਤੇ ਨਾ ਤੇ ਮੈਨੂੰ ਫਿਰ ਪਿਤਰ ਦਿਖਾ ਦਿਓ ਵੀ ਕਿੱਥੇ ਕਿਹੋ ਜਿਹੇ ਸੁੱਖ ਵਿੱਚ ਬੈਠੇ ਹਨ। ਦੇਖ ਲਿਓ ਮੈਂ ਆਏ ਭਰੋਸੋ। ਤੇ ਜਦੋਂ ਮੈਂ ਦੇਖ ਲਵਾਂਗਾ ਤੇ ਮੈਨੂੰ ਤਾਂ ਭਰੋਸਾ ਆਊਗਾ ਸਾਡੇ ਮਾਤਾ ਪਿਤਾ ਤੇ ਹੋਰ ਵੱਡੇ ਵਡੇਰੇ ਕਿੱਥੇ ਬੈਠੇ ਹਨ, ਕਿਹੋ ਜਿਹੇ ਬੇਲੋੜ ਹੋਏ ਬੈਠੇ ਜਿਹਨੂੰ ਸਾਡੀ ਕੋਈ ਲੋੜ ਹੀ ਨਹੀਂ ਹੈ ਇਹਨਾਂ ਸ਼ਰਾਧਾ ਆਦਿਕ ਦੀ। ਕਹੋ ਜੋ ਤੁਮ ਤਬ ਬਹੁਰ ਕਰੋ ਸੋ। ਤੇ ਫਿਰ ਤੁਸੀਂ ਅੱਖਾਂ ਨਾਲ ਮੈਂ ਦੇਖ ਲਵਾਂ, ਫਿਰ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰਿਆ ਕਰੂੰਗਾ। ਸੁਨ ਕਰ ਬੋਲੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਪਰਮੇਸ਼ਰ ਰੂਪ ਜੀ ਬੋਲੇ ਕਹਿੰਦੇ ਹਨ। ਜੇ ਤੁਮ ਦੇਖਿਓ ਚਾਹੋ ਸੋ ਥਾਨਾ। ਚਲੋ ਪਿਤਾ ਜੀ ਠੀਕ ਹੈ,
ਜੇ ਤੁਸੀਂ ਉਹ ਸਥਾਨ ਦੇਖਣਾ ਚਾਹੁੰਦੇ ਹੋ ਜਿੱਥੇ ਸਾਡੇ ਵੱਡੇ ਵਡੇਰੇ ਪਹੁੰਚੇ ਹਨ, ਦੋਨ ਬਲੋਚਨ ਮੁੰਦਹੁ ਅਬ ਹੀ। ਇੰਜ ਕਰੋ, ਦੋਨੋਂ ਨੇਤਰ ਬੰਦ ਕਰੋ ਫਿਰ ਹੁਣੇ। ਪਿਤਰ ਬਲੋਕੁ ਬੈਠੇ ਸਭ ਹੀ। ਸਾਰੇ ਹੀ ਆਪਣੇ ਬਜ਼ੁਰਗ ਬੈਠੇ, ਸਾਰੇ ਵੇਖ ਲਓ ਤੁਸੀਂ ਹੁਣ ਕਿੱਥੇ ਹਨ। ਕਰ ਨਿਹਚਾ ਮਾਨਿਓ ਮਨ ਬਚਨਾ। ਗੁਰੂ ਤੇ ਭਰੋਸਾ ਆ ਗਿਆ, ਬਚਨ ਮੰਨ ਕਰਕੇ ਨੇਤਰ ਬੰਦ ਕੀਤੇ। ਲੋਚਨ ਮੂੰਦ ਪਿਖੀ ਸੁਠ ਰਚਨਾ। ਜਿਹੜੇ ਨੇਤਰ ਬੰਦ ਕੀਤੇ, ਕੀ ਤੱਕਦੇ? ਗੁਰੂ ਸਾਹਿਬ ਨੇ ਮਿਹਰ ਦੀ ਨਿਗਾਹ ਕੀਤੀ, ਸੋ ਬੜੀ ਸੁੰਦਰ ਰਚਨਾ ਵੇਖੀ ਇਹਨਾਂ ਨੇ। ਜਹ ਬੈਕੁੰਠ ਭਗਤ ਬੱਡ ਬਾਸਾ। ਕਹਿੰਦੇ ਜਿੱਥੇ ਵੈਕੁੰਠ ਸੱਚਖੰਡ ਹੈ ਤਾਂ ਭਗਤ ਵਸੈ ਕੀਰਤਨ ਆਦਾ, ਜਿੱਥੇ ਬਹੁਤ ਭਗਤਾਂ ਦੀ ਭੀੜ ਲੱਗੀ, ਮਾਲਕ ਦੇ ਦਰ ਤੇ ਬੈਠੇ ਹਨ। ਕੰਚਨ ਮਨ ਮੈਂ ਰੁਚਿਰ ਅਵਾਸਾ। ਕਹਿੰਦੇ ਨੇ ਉਹ ਇਹੋ ਜਿਹੇ ਘਰ, ਕਹਿੰਦੇ ਜਿਹੜਾ ਸੋਨੇ ਦੇ ਘਰ ਨੇ ਤੇ ਮਣੀਆਂ ਫਟਕ ਬਲੌਰ ਚਿੱਟੀਆਂ, ਇਹੋ ਜਿਹਾ ਸੋਹਣਾ, ਕਹਿੰਦੇ ਇਹੋ ਜਿਹੇ ਸਥਾਨ ਤੇ ਬੈਠੇ ਹਨ। ਤਹਾਂ ਪਿੱਤਰ ਦੇਖੇ ਸਭ ਜਾਈ। ਜਾ ਕਰਕੇ ਤੱਕੇ ਸਾਰੇ, ਸੂਖਮ ਸਰੀਰ ਭੇਜਤਾ ਉੱਥੇ, ਸਾਰੇ ਹੀ ਪਿਤਰਾਂ ਨੂੰ ਦੇਖਿਆ ਇਸ ਤਰੀਕੇ ਦੇ ਨਾਲ। ਇਸ ਕੋ ਦੇਖ ਉਠੇ ਸਮੁਦਾਈ। ਤੇ ਜਿਸ ਵੇਲੇ ਸੋ ਇਹ ਗਏ ਨੇ ਮਹਿਤਾ ਕਲਿਆਣ ਚੰਦ ਸਤਿਗੁਰਾਂ ਦੇ ਪਿਤਾ ਜੀ, ਸਾਰੇ ਬਜ਼ੁਰਗ ਉੱਠ ਕੇ ਖੜੇ ਹੋ ਗਏ ਸਤਿਕਾਰ ਦੇ ਵਿੱਚ। ਕਰ ਕਾਲੂ ਕੋ ਬਹੁ ਸਨਮਾਨਾ। ਬੜਾ ਮਹਿਤਾ ਕਲਿਆਣ ਚੰਦ ਦਾ ਬੜਾ ਸਤਿਕਾਰ ਕੀਤਾ। ਮ੍ਰਿਦਲ ਮਧੁਰ ਮੁਖ ਬਚਨ ਬਖਾਨਾ। ਬੜੇ ਮਿੱਠੇ ਕੋਮਲ ਪਿਆਰ ਸਤਿਕਾਰ ਦੇ ਬਚਨ ਕੀਤੇ ਹਨ ਇਹਨਾਂ ਦੇ ਨਾਲ। ਧੰਨ ਧੰਨ ਤੁਮਾਰੀ ਕਰਤੂਤਾ। ਤੋ ਕਹਿੰਦੇ ਨੇ ਧੰਨ ਹੈ ਕਮਾਈ ਤੁਹਾਡੀ ਮਹਿਤਾ ਕਲਿਆਣ ਜੀ, ਕਲਿਆਣ ਚੰਦ ਜੀ, ਜਿਹ ਤੇ ਉਪਜਿਓ ਸਦਨ ਸਪੂਤਾ। ਜੇ ਤੁਹਾਡੀ ਧਨ ਕਮਾਈ, ਤੁਹਾਡੇ ਘਰ ਵਿੱਚ ਸੋਹਣਾ ਪੁੱਤਰ ਜਿਸ ਨੇ ਅਵਤਾਰ ਧਾਰਿਆ ਹੈ। ਸਭ ਪਿਤਰਨ ਕੋ ਕੀਨ ਉਧਾਰਾ। ਤੋ ਉਹਨਾਂ ਨੇ ਅਵਤਾਰ ਧਾਰਦਿਆਂ ਆਪਣੇ ਸਾਰੇ ਪਿਤਰਾਂ ਬਜ਼ੁਰਗਾਂ ਦਾ ਉਧਾਰ ਹੀ ਕਰ ਦਿੱਤਾ ਹੈ। ਪਹੁੰਚਾਏ ਪ੍ਰਭ ਕੇ ਦਰਬਾਰਾ। ਸਾਰਿਆਂ ਨੂੰ ਪਰਮੇਸ਼ਰ ਦੇ ਦਰਬਾਰ ਸੱਚਖੰਡ 'ਚ ਪਹੁੰਚਾ ਦਿੱਤਾ ਹੈ ਜੀ। ਕਾਲੂ ਕਹੇ ਕਿਤਕ ਭਾ ਕਾਲਾ। ਤੇ ਇਸ ਪ੍ਰਕਾਰ ਮਹਿਤਾ ਕਾਲੂ ਜੀ ਕਹਿੰਦੇ ਨੇ, ਉਹਨਾਂ ਪੁੱਛਦੇ ਵੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੱਚਖੰਡ ਵਿੱਚ ਪਹੁੰਚਿਆ। ਤੁਮਨੇ ਪਾਇਓ ਆਨੰਦ ਵਿਸਾਲਾ। ਐਡਾ ਭਾਰੀ ਆਨੰਦ ਕਦੋਂ ਕਦਾ ਤੁਹਾਨੂੰ ਮਿਲਿਆ ਹੈ। ਬਸੇ ਆਨ ਸ੍ਰੀ ਹਰਿ ਕੇ ਲੋਗਾ। ਤੁਸੀਂ ਪਰਮੇਸ਼ਵਰ ਦੇ ਲੋਕ ਵਿੱਚ ਆਣ ਕੇ ਵਸੇ ਵਾਹਿਗੁਰੂ ਦੇ ਘਰ। ਜਹ ਮਦ ਮਾਨ ਮੋਹ ਨਹਿ ਸੋਗਾ। ਤੇ ਜਿੱਥੇ ਕੋਈ ਹੰਕਾਰ ਨਹੀਂ, ਕੋਈ ਮੋਹ ਨਹੀਂ, ਕੋਈ ਸੋਗ ਚਿੰਤਾ ਹੀ ਨਹੀਂ ਹੈ। ਸੁਨ ਕਾਲੂ ਜਬ ਸਦਨ ਤੁਮਾਰੇ। ਤੋਂ ਕਹਿਣ ਲੱਗੇ ਨੇ ਪਿੱਤਰ ਬਜ਼ੁਰਗ, ਕਹਿੰਦੇ ਨੇ ਸੁਣੋ ਮਹਿਤਾ ਕਾਲੂ ਜੀ, ਜਦੋਂ ਤੁਹਾਡੇ ਘਰ ਵਿੱਚ ਅਵਤਰਿਓ ਸ੍ਰੀ ਏਕੰਕਾਰੇ। ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਨੇ ਅਵਤਾਰ ਧਾਰਨ ਕੀਤਾ ਤੁਹਾਡੇ ਘਰ ਵਿੱਚ, ਤਬ ਕੇ ਆਨ ਬਸੇ ਇਹ ਥਾਨਾ। ਅਸੀਂ ਤਾਂ ਉਦੋਂ ਦੇ ਹੀ ਕਹਿੰਦੇ ਸੱਚਖੰਡ ਵਿੱਚ ਆ ਕੇ ਵਸੇ ਹੋਏ ਆ, ਐਸੀ ਕਿਰਪਾ ਹੋਈ ਹੈ। ਅਚੁੱਤ ਪਦਵੀ ਆਨੰਦ ਮਹਾਨਾ। ਬੜਾ ਆਨੰਦ ਹੈ, ਅਚੁੱਤ ਪਦਵੀ, ਜੋ ਕਦੇ ਵੀ ਇਸ ਪਦਵੀ ਤੋਂ ਗਿਰਨਾ ਨਹੀਂ ਪੈਂਦਾ, ਸਦਾ ਅਟਲ ਹੈ। ਸੁਤ ਕੋ ਸੁਤ ਨਾ ਜਾਣ ਵੱਡ ਭਾਗੀ। ਦੇਖ ਵੱਡਿਆਂ ਭਾਗਾਂ ਵਾਲਿਆ, ਪੁੱਤਰ ਨੂੰ ਪੁੱਤਰ ਨਾ ਸਮਝ ਗੁਰੂ ਨਾਨਕ ਸਾਹਿਬ ਜੀ ਨੂੰ। ਹਰ ਸੋ ਲਖੋ ਹੋ ਅਨਰਾਗੀ। ਉਹਨਾਂ ਨੂੰ ਪ੍ਰੇਮੀ ਬਣ ਕੇ ਜਾਣੋ, ਪਰਮੇਸ਼ਰ ਦਾ ਰੂਪ ਹਨ, ਹਰੀ ਦਾ ਰੂਪ ਹਨ। ਸੁਨ ਬਚ ਸੁਖ ਪਿਖ ਕੈ ਸਮੁਦਾਈ। ਇਉਂ ਕਹਿੰਦੇ ਨੇ ਬੜੇ ਸੁਖੀ ਹੋਏ, ਸੁਣਿਆ ਹੈ ਵੇਖਿਆ ਹੈ, ਬੜਾ ਸੁਖ ਤੱਕ ਕਰਕੇ ਮਹਿਤਾ ਕਾਲੂ ਜੀ ਖੁਸ਼ ਹੋਏ ਨੇ। ਰਹਿਓ ਸੋ ਕਾਲੂ ਉਰ ਬਿਸਮਾਈ। ਤੇ ਬੜਾ ਹੈਰਾਨ ਹੋਏ ਪਈ ਹੈ, ਮੈਂ ਸਮਝਦਾ ਸੀ ਮੈਂ ਤਾਂ ਸਾਰੀ ਉਮਰ ਲੜਦਾ ਹੀ ਰਿਹਾ ਕਿ ਮੇਰਾ ਪੁੱਤ ਕਮਾਈ ਨਹੀਂ ਕਰਦਾ, ਇਹ ਤਾਂ ਰੱਬ ਦਾ ਰੂਪ ਹਨ। ਤਜਨੇ ਕੀ ਅਬਲਾਖ ਨਾ ਕਰੀ। ਹੁਣ ਇਹੋ ਜਿਹਾ ਸੁੱਖ ਜਦੋਂ ਦੇਖਿਆ ਨਾ, ਤਾਂ ਕਹਿੰਦੇ ਉੱਥੇ ਹੁਣ ਸਤਿਗੁਰਾਂ ਦੇ ਪਿਤਾ ਜੀ ਦਾ ਚਿੱਤ ਨਹੀਂ ਕਰਦਾ ਉੱਥੋਂ ਤਿਆਗਣ ਵਾਸਤੇ। ਸੋ ਸੋਚਦੇ ਨੇ ਵੀ ਇੱਥੇ ਰਹਿ ਜੀ ਆਪਾਂ। ਰਹੋ ਇਹ ਮੈਂ ਹਿਰਦੇ ਵਿਚਾਰਈ। ਤੇ ਮਨ ਵਿੱਚ ਇਉਂ ਵਿਚਾਰ ਕੀਤਾ ਵੀ ਮੈਂ ਵੀ ਹੁਣ ਇੱਥੇ ਹੀ ਰਵਾਂ, ਹੁਣ ਵਾਪਸ ਜਾਣ ਦੀ ਕੀ ਲੋੜ ਆ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਤਾਂ ਮੇਰੇ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸਾਧ ਸੰਗਤ ਜੀਓ। ਐਸੀ ਕਿਰਪਾ ਮਹਾਰਾਜ ਨੇ ਮਿਹਰ ਕਰਕੇ ਦੱਸੀ ਹੈ, ਤਾਂ ਉਸ ਨੂੰ ਪ੍ਰਗਟ ਕਰਕੇ ਇਸ ਪ੍ਰਕਾਰ ਗੁਰੂ ਇਤਿਹਾਸ ਦੇ ਵਿੱਚ ਸਾਨੂੰ ਦਰਸਾਇਆ ਗਿਆ। ਮੇਰੇ ਧੰਨ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਆਪਣੇ ਪਿਤਾ ਜੀ ਤੇ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਜੀ ਪਿਤਰਾਂ ਦਾ ਉਧਾਰ ਅਤੇ ਪਿਤਾ ਜੀ ਦਾ ਉਧਾਰ ਤੋਂ ਗਿਆਨ ਉਪਦੇਸ਼ ਦੇ ਕੇ ਮਹਾਰਾਜ ਕਰ ਰਹੇ ਹਨ। ਫਿਰ ਜਿਸ ਤਰੀਕੇ ਦੇ ਨਾਲ ਅੱਗੇ ਪ੍ਰਸੰਗ ਦੀ ਲੜੀ ਹੈ ਆਪਾਂ ਸਮੇਂ ਅਨੁਸਾਰ ਸਰਵਣ ਕਰਾਂਗੇ। ਮੇਰੇ ਧੰਨ ਸਤਿਗੁਰੂ ਜੀ ਬਖਸ਼ਿਸ਼ ਕਰਨ। ਤੋ ਧੰਨ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਪੁਰਬ ਮਨਾਉਣ ਵਾਸਤੇ ਸੇਵਕ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਪ੍ਰਾਰੰਭ ਹੋਏ ਹਨ। ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਗੁਰੂ ਬਖਸ਼ਿਸ਼ ਕਰਨ, ਰਹਿਮਤਾਂ ਕਰਨ, ਸਤਿਗੁਰਾਂ ਦਾ ਉਪਦੇਸ਼ ਹਿਰਦੇ ਵਸੇ, ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹੱਥ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ।
ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣਾ ਸੀਸਣੀਆਂ, ਜੋ ਹੋਵੇ ਸਹਿ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਸੁਨ ਬਚ ਸੁਖ ਪਿਖ ਕੈ ਸਮੁਦਾਈ, ਰਹਿਓ ਸੁਕਾਲੂ ਉਰ ਬਿਸਮਾਈ। ਤਜਨੇ ਕੀ ਅਬਲਾਖਾ ਨਾ ਕਰਈ, ਰਹੂੰ ਇਹ ਮੈਂ ਹਿਰਦੇ ਵਿਚਾਰਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।